आवाज़, तरला, बुड़बुड़ ਜਾਂ ਵੰਗਾਰ। ਜਦੋਂ ਅਸੀਂ ਇਹ ਟੌਪਿਕ ਬਣਾਇਆ ਸੀ ਦੋਸਤੋ, ਤਾਂ ਇਹ ਦੇਖਣਾ ਚਾਹੁੰਦੇ ਸੀ ਅਸੀਂ ਕਿ ਆਵਾਜ਼ ਨੂੰ ਅਸੀਂ ਕਿਵੇਂ ਲੈਂਦੇ ਆ ਸਾਡੀ ਸੁਸਾਇਟੀ ਦੇ ਵਿੱਚ, ਜਾਂ ਅਸੀਂ ਸਾਡੇ ਸੱਭਿਆਚਾਰ ਦੇ ਵਿੱਚ ਆਵਾਜ਼ ਨਾਲ ਸਾਡਾ ਰਿਸ਼ਤਾ ਕੀ ਹੈ। ਉਹਦੇ ਵਿੱਚ ਅਸੀਂ ਜਦੋਂ ਇਹ ਟੌਪਿਕ ਬਣਾਇਆ ਤਾਂ ਅਸੀਂ ਦੇਖਿਆ ਕਿ ਪ੍ਰਤੀਰੋਧ ਦੀ ਆਵਾਜ਼ ਹੈ ਜਿਹੜੀ, ਉਹਦਾ ਇੱਕ ਰੂਪ ਨਹੀਂ ਹੈ। ਆਪਣੀ ਗੱਲ ਕਹਿਣੀ ਤੇ ਆਪਣੀ ਗੱਲ ਕਹਿਣ ਦਾ ਜਿਹੜਾ ਤਰੀਕਾ ਹੈ ਲੋਕਾਂ ਦਾ ਜਾਂ ਦਮਿਤ ਧਿਰਾਂ ਦਾ, ਉਹ ਥੋੜਾ ਵੱਖਰਾ ਹੈ। ਕੋਈ ਬਹੁਤ ਸਟਰੋਂਗਲੀ ਗੱਲ ਕਹਿੰਦਾ ਹੈ, ਕੋਈ ਥੋੜਾ ਲੀਨੀਅੰਟ ਵੇ ਨਾਲ ਕਹਿੰਦਾ, ਥੋੜਾ ਨਿਮਰਤਾ ਨਾਲ ਜਾਂ ਨਿਮਾਨਤਾ ਨਾਲ ਗੱਲ ਕਹਿੰਦਾ ਹੈ। ਇਸੇ ਤਰ੍ਹਾਂ ਜਦੋਂ ਅੱਗੇ ਦੇਖਦੇ ਹਾਂ ਤਾਂ ਗੱਲ किस विषय ते हो रही है, ये भी तय करता है कि तुसी बहुत तिखे तरीके नाल प्रतिरोध दर्ज करोगे जां थोड़ा निमानता नाल ते थोड़ा सटल वे नाल अपनी गल है जिहड़ी ओह रखोगे। यह विषय जदों दोस्तां कोले पहुंचिया ते एक कार्ड दे रूप दे विच इह गया, तां मैनूं इस गल दी हैरानी हुई थोड़ी जी कि दोस्तां ने काफ़ी रिएक्ट किया जिस तरीके नाल, मतलब मैं सोचिया सी उस तो किते ज़्यादा रिएक्शनस आए। रिएक्शनस ਦੇ ਵਿੱਚ ਇਹ ਸੀ ਕਿ ਹਰ ਬੰਦੇ ਦਾ ਪੁਆਇੰਟ ਵੱਖਰਾ ਸੀ ਕਿ ਇਹਦੇ 'ਚ ਕੋਈ ਤਰਲੇ ਦੇ ਉੱਤੇ ਫੋਕਸ ਕਰ ਰਿਹਾ ਸੀ ਕਿ ਤੁਸੀਂ ਤਰਲੇ ਨਾਲ ਵੰਗਾਰ ਨੂੰ ਕਿਵੇਂ ਜੋੜੋਗੇ, ਕੋਈ ਬੁੜਬੁੜ ਦੀ ਗੱਲ ਕਰ ਰਿਹਾ ਸੀ। ਤੇ ਇੱਕ ਦੋਸਤ ਨੇ ਕਿਹਾ ਕਿ ਔਰਤ ਦੇ ਮਸਲੇ ਦੇ ਉੱਤੇ ਅੱਜ ਤੱਕ ਇਹੀ ਐਲੀਗੇਸ਼ਨ ਲੱਗਦਾ ਆਇਆ ਕਿ ਔਰਤਾਂ ਜਿਹੜੀਆਂ ਨੇ ਬੁੜਬੁੜ ਬਹੁਤ ਕਰਦੀਆਂ ਨੇ, ਤਾਂ ਤੁਸੀਂ ਇਹਨੂੰ ਕਿਵੇਂ ਡਿਫੈਂਡ ਕਰੋਗੇ ਤੇ ਵੰਗਾਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਕਿਵੇਂ ਜੋੜੋਗੇ। ਹੁਣ ਇਹ ਮਸਲਾ ਬਣ ਜਾਂਦਾ ਹੈ ਕਿ ਵੰਗਾਰ ਆਪਣੇ ਆਪ ਦੇ ਵਿੱਚ ਕੀ ਹੈ। ਤਾਂ ਜਦੋਂ ਅਸੀਂ ਇਸ ਟੌਪਿਕ ਨੂੰ ਮੈਂ ਦੁਬਾਰਾ ਤੋਂ ਸੋਚਿਆ ਕਿ ਜੇ ਇੰਨਾ ਵਿਸ਼ਾ ਹੀ ਇੰਨਾ ਲੋਕਾਂ ਨੂੰ ਅਟਰੈਕਟ ਕੀਤਾ ਤਾਂ ਸਾਨੂੰ ਸੋਚਣਾ ਚਾਹੀਦਾ ਕਿ ਮੈਂ ਕਲੀਅਰ ਕਰ ਦਵਾਂ ਇਸ ਗੱਲ ਨੂੰ ਕਿ ਇਸ ਵਿਸ਼ੇ ਦੀ ਫਿਰ ਇੱਕ ਆਪਣੀ ਰਾਜਨੀਤੀ ਬਣ ਜਾਂਦੀ ਹੈ, ਜਿਵੇਂ ਅਸੀਂ ਕਹਿੰਦੇ ਆ। ਉਸ ਰਾਜਨੀਤੀ ਦੇ ਵਿੱਚ ਜੇ ਬਹੁਤ ਸੰਖੇਪ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਹੈਗਾ ਕਿ ਅਸੀਂ ਸਿਰਫ ਇਹ ਚਾਹੁੰਦੇ ਸੀ ਕਿ ਹਰ ਤਰ੍ਹਾਂ ਦੀ ਆਵਾਜ਼ ਸੁਣੀ ਜਾਵੇ। ਹਰ ਆਵਾਜ਼ ਜਿਹੜੀ प्रतिरोधी आवाज़ है, जिहड़ी सत्ता नूं जां किसी दमन वाली जां शोषण वाली जिहड़ी धिर है, उस धिर नूं जिहड़ी भी आवाज़ जिस भी तरीके नाल कोई अपनी गल कहंदा है, ਉਹ हर गल हर आवाज़ रजिस्टर होनी चाहिए है। तो आवाज़ मेरे लिए इस तरह का कोई मसला नहीं है कि बहुत उच्ची ते फिरम जिहड़ी बहुत ही जिन्होंने असीं कहने कि स्ट्रोंग तरीके नाल कही गई गल ही रजिस्टर होने वाली गल हुंदी है। मैं इहनूं नहीं समझदी। उहदा कारण यही है कि मैं लोकधारा दी विद्यार्थी हाँ। उस सिस्टम दे विच लोकधारा जिन्हों असीं कहने जिहदे च लोक गीत आउंदे ने, कहानियां आउंदियां ने, टप्पे आउंदे ने, साडीआं बुझारतां आउंदियां ने। ਜਦੋਂ ਅਸੀਂ ਉਹਨੂੰ ਪੜ੍ਹਦੇ ਹਾਂ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਇੱਕ ਤਰੀਕੇ ਨਾਲ ਕੋਈ ਗੱਲ ਨਹੀਂ ਕਹੀ ਜਾਂਦੀ। ਈਵਨ ਉਹਦੇ 'ਚ ਵਿਰੋਧ ਵੀ ਦਰਜ ਕਰਿਆ ਜਾਂਦਾ ਹੈ, ਉਹਦੇ 'ਚ ਪ੍ਰਤੀਰੋਧ ਵੀ ਦਰਜ ਕਰਿਆ ਜਾਂਦਾ ਹੈ, ਪਰ ਉਹਦੀਆਂ ਬਹੁਤ ਸਾਰੀਆਂ ਤਰੀਕੇ ਨੇ ਉਹਨੂੰ ਦਰਜ ਕਰਨ ਦੇ। ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਪ੍ਰਤੀਰੋਧ ਇੰਪੋਰਟੈਂਟ ਹੈ ਆਵਾਜ਼ ਦੇ ਵਿੱਚ, ਕਿ ਤੁਸੀਂ ਜਦੋਂ ਬੋਲ ਰਹੇ ਹੋ ਤਾਂ ਤੁਸੀਂ ਕੀ ਕਰਕੇ ਬੋਲ ਰਹੇ ਹੋ। ਕੀ ਤੁਸੀਂ ਦਮਿਤ ਧਿਰ ਦੇ ਨਾਲ ਖੜੇ ਹੋ ਤੁਹਾਡੀ ਆਵਾਜ਼ ਦੀ, ਜਿਹਨੂੰ ਸਾਡੇ ਤਾਂ ਇੱਕ ਗੱਲ ਵੀ ਕਹੀ ਜਾਂਦੀ ਹੈ ਨਾ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਿਆ ਜਾ ਰਿਹਾ ਸੀ ਤਾਂ ਮਲੇਰਕੋਟਲੇ ਦੇ ਨਵਾਬ ਨੇ ਕਿਹਾ ਕਿ ਤੁਹਾਡਾ ਰੌਲਾ ਹੈ ਜਿਹੜਾ ਉਹ ਤਾਂ ਇਹਨਾਂ ਦੇ ਫਾਦਰ ਸਾਹਿਬ ਨਾਲ ਹੈ, ਪਿਤਾ ਨਾਲ ਹੈ, ਗੁਰੂ ਸਾਹਿਬਾਨ ਨਾਲ ਹੈ, ਤਾਂ ਤੁਸੀਂ ਉਹਦੇ ਨਾਲ ਜਾ ਕੇ ਜਿਹੜਾ ਹੈਗਾ ਉਹ ਲੜਾਈ ਲੜੋ, ਸਿੱਧੀ ਜਿੱਦਾਂ ਲੜੀ ਜਾਂਦੀ ਹੈ। ਬੱਚਿਆਂ ਨੇ ਕੀ ਵਿਗਾੜਿਆ। ਤਾਂ ਇਹਨੂੰ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਬੱਚਿਆਂ ਲਈ ਉਹਨਾਂ ਨੂੰ ਰੋਕਿਆ ਨਹੀਂ ਜਾਂ ਕੀ, ਇਹ ਇੱਕ ਆਪਣੀ ਤਰ੍ਹਾਂ ਦਾ ਪ੍ਰਤੀਰੋਧ ਹੈ, ਹਨਾ। ਇਸ ਆਵਾਜ਼ ਨੂੰ ਇਤਿਹਾਸ ਦੇ ਵਿੱਚੋਂ ਲੋਕਧਾਰਾ ਨੇ ਮਾਈਨਸ ਨਹੀਂ ਕੀਤਾ। ਇਤਿਹਾਸ ਦੇ ਵਿੱਚੋਂ ਇਹ ਮਾਈਨਸ ਹੈ, ਪਰ ਲੋਕਧਾਰਾ ਦੇ ਵਿੱਚੋਂ ਇਹ ਮਾਈਨਸ ਨਹੀਂ ਹੋਈ। ਲੋਕ ਇਹਨੂੰ ਅੱਜ ਤੱਕ ਕੈਰੀ ਕਰਦੇ ਨੇ ਤੇ ਉਹ ਚੀਜ਼ ਫਿਰ ਜਾ ਕੇ 1947 ਦੇ ਦਿਖਦੀ ਹੈ, ਜਦੋਂ ਲੋਕਾਂ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਗੁਰੂ ਨੇ ਕਿਹਾ ਸੀ ਕਿ ਕਿਸੇ ਨੇ ਮੇਰੇ ਬੱਚੇ, ਜਦੋਂ ਇਹ ਸਜ਼ਾ ਦਿੱਤੀ ਜਾ ਰਹੀ ਸੀ ਕਿ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਕਿ ਕੋਈ ਉਹਨਾਂ ਦੇ ਨਾਲ ਖੜਾ ਇਹਨੂੰ ਗਲਤ ਕਿਹਾ, ਤਾਂ ਉਹਨਾਂ ਦੇ ਕਿਸੇ ਬੰਦੇ ਨੇ ਜਿਹੜਾ ਸੁਨੇਹਾ ਲੈ ਕੇ ਗਿਆ ਸੀ, ਉਹਨੇ ਕਿਹਾ ਵੀ ਹਾਂ ਕੋਈ ਮਲੇਰਕੋਟਲੇ ਦਾ ਨਵਾਬ ਸੀ, ਉਹਨੇ ਇਹ ਗੱਲ ਕਹੀ ਤੇ ਉਹਨੇ ਹਾਂ ਦਾ ਨਾਰਾ ਜਿਹੜਾ ਉਹ ਮਾਰਿਆ। ਲੋਕਾਂ 'ਚ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਨੇ ਕਿਹਾ ਕਿ ਠੀਕ ਹੈ ਤੂੰ ਆਪਣਾ ਮਲੇਰਕੋਟਲਾ ਰੱਖ ਲਿਆ ਨਵਾਬ, ਤੇ ਬਹੁਤ ਝੱਖੜ ਝੁੱਲਣਗੇ ਤੇ ਤੇਰੇ ਮਲੇਰਕੋਟਲੇ ਨੂੰ ਕੁਝ ਨਹੀਂ ਕਹੂਗਾ। ਇਹ ਗੱਲ ਅਪਾਰਟ ਫਰੋਮ ਕਿ ਕਿੰਨੀ ਠੀਕ ਹੈ ਕਿੰਨੀ ਗਲਤ ਹੈ, 47 ਦੇ ਵਿੱਚ ਜੋ ਹੋਇਆ ਉਹਦੇ ਵਿੱਚ
ਮਲੇਰਕੋਟਲਾ ਇੱਕ ਵੱਖਰੀ ਤਰ੍ਹਾਂ ਨਾਲ ਲੋਕਾਂ ਨੇ ਕੰਸੀਡਰ ਕੀਤਾ। ਤਾਂ ਆਵਾਜ਼ ਦਾ ਪ੍ਰਤੀਰੋਧੀ ਆਵਾਜ਼ ਦਾ ਲੋਕਧਾਰਾ ਨਾਲ ਇਹ ਰਿਸ਼ਤਾ ਹੈ। ਹਾਲਾਂਕਿ ਉਹ ਬਹੁਤ ਹੀ, ਜਿਹਨੂੰ ਅਸੀਂ ਕਹੀਏ ਕਿ ਸਟਰੋਂਗ ਆਵਾਜ਼ ਨਹੀਂ ਸੀ ਉਸ ਤਰ੍ਹਾਂ, ਜੇ ਅੱਜ ਦੀ ਭਾਸ਼ਾ ਦੇ ਵਿੱਚ, ਪੋਲਿਟਿਕਸ ਦੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ। ਸੋ ਆਵਾਜ਼ ਦੀ ਜਿਹੜੀ ਇਹ ਅਸੀਂ ਗੱਲ ਕਰੀ ਸੀ, ਰਾਜਨੀਤੀ ਦਾ ਜਿਹੜਾ ਇਸ਼ੂ ਹੈ ਕਿ ਇਹ ਟੌਪਿਕ ਆਪਣੇ ਆਪ ਦੇ ਵਿੱਚ ਕੀ ਸੁਝਾਉਂਦਾ ਹੈ ਕਿ ਔਰਤ ਦੀ ਆਵਾਜ਼ ਜਿਹੜੀ ਕਿ ਆਪਣੇ ਜੈਂਡਰ ਕਰਕੇ ਪਲ ਪਲ ਉਹ ਇਸ ਤਰੀਕੇ ਨਾਲ ਬੰਨੀ ਗਈ ਹੈ ਇਸ ਸੁਸਾਇਟੀ ਦੇ ਵਿੱਚ ਕਿ ਆਪਣਾ ਪਰਸਪੈਕਟਿਵ ਰੱਖਣਾ ਹੀ ਔਖਾ ਹੈ, ਆਪਣੀ ਗੱਲ ਕਹਿਣੀ ਹੀ ਔਖੀ ਹੈ। ਉਹ ਔਰਤ ਲੋਕ ਧਾਰਾ ਦੇ ਰਾਹੀਂ, ਲੋਕ ਗੀਤਾਂ ਦੇ ਰਾਹੀਂ ਆਪਣੀ ਗੱਲ ਨੂੰ ਰੱਖਦੀ ਹੈ, ਆਪਣੇ ਪੱਖ ਨੂੰ ਰੱਖਦੀ ਹੈ, ਆਪਣੇ ਦ੍ਰਿਸ਼ਟੀਕੋਣ ਨੂੰ ਰੱਖਦੀ ਹੈ। ਇਹ ਠੀਕ ਹੈ, ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਉਹ ਬਹੁਤ ਵਾਰੀ ਲੋਕਧਾਰਾ ਦੇ ਵਿੱਚ ਜਦੋਂ ਗੱਲ ਕਰਦੀ ਹੈ ਤਾਂ ਪੈਟਰੀਆਰਕੀ ਦੇ ਪੈਮਾਨਿਆਂ ਨੂੰ ਹੀ ਅਪਣਾ ਲੈਂਦੀ ਹੈ। ਇਹ ਵੀ ਗੱਲ ਕਰਾਂਗੇ ਕਿ ਉਹ ਕਦੋਂ ਪੈਟਰੀਆਰਕੀਕਲ ਪੈਮਾਨਿਆਂ ਤੋਂ ਗੱਲ ਕਰਦੀ ਹੈ ਤੇ ਕਦੋਂ ਉਹ ਸੈਲਫ ਬਣ ਕੇ ਜਿਹੜੀ ਉਹ ਗੱਲ ਕਰਦੀ ਹੈ। ਤਾਂ ਇਸ ਮਸਲੇ ਦੇ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਖੋਲਦੇ ਹਾਂ ਕਿ ਆਵਾਜ਼ ਦਾ ਔਰਤ ਨਾਲ ਤੇ ਸਾਡੀ ਸੁਸਾਇਟੀ ਦੇ ਵਿੱਚ ਦਮਿਤ ਧਿਰਾਂ ਨਾਲ ਕੀ ਮਸਲਾ ਹੈ, ਤਾਂ ਕਲੀਅਰ ਗੱਲ ਇਹੀ ਹੈ ਕਿ ਅਸੀਂ ਇਹਨੂੰ ਇਹ ਮੰਨ ਕੇ ਚੱਲੀਏ ਕਿ ਪ੍ਰਤੀਰੋਧ ਦੇ ਵਿੱਚ ਉੱਠੀ ਹਰ ਆਵਾਜ਼ ਨੂੰ ਅਸੀਂ ਵੰਗਾਰ ਮੰਨਦੇ ਹਾਂ, ਕਿਉਂਕਿ ਬਹੁਤ ਹੀ ਸਧਾਰਨ ਰੂਪ ਦੇ ਵਿੱਚ ਕਹੀ ਗਈ ਗੱਲ ਵੀ ਅੱਗੇ ਜਾ ਕੇ ਜਿਹੜਾ ਹੈਗਾ ਫਰਦਰ ਨਤੀਜੇ ਕੱਢਣ ਦੇ ਵਿੱਚ ਜਾਂ ਨਿਕਲਣ ਦੇ ਵਿੱਚ ਯੋਗਦਾਨ ਪਾਉਂਦੀ ਹੈ। ਜਦੋਂ ਅਸੀਂ ਇਹਨੂੰ ਦੇਖਦੇ ਹਾਂ ਕਿ ਅਸੀਂ ਇਹਨੂੰ ਆਵਾਜ਼ ਨੂੰ ਇਸ ਤਰ੍ਹਾਂ ਕਿਉਂ ਦੇਖਦੇ ਹਾਂ, ਤਾਂ ਸਿੱਧਾ ਜਿਹਾ ਇਹਦਾ ਸੰਬੰਧ ਜੁੜਦਾ ਦਰਜਾਬੰਦੀ ਨਾਲ। ਸਾਡੀ ਸੁਸਾਇਟੀ ਦੇ ਵਿੱਚ ਇੰਨੀ ਤਰ੍ਹਾਂ ਦੀਆਂ ਦਰਜਾਬੰਦੀਆਂ ਨੇ, ਉਹ ਦਰਜਾਬੰਦੀਆਂ ਬੇਸ਼ੁਮਾਰ ਨੇ। ਉਹ ਇਕਨੋਮੀ ਨੂੰ ਲੈ ਕੇ ਦਰਜਾਬੰਦੀਆਂ ਨੇ, ਧਰਮ ਨੂੰ ਲੈ ਕੇ ਦਰਜਾਬੰਦੀਆਂ ਨੇ, ਜੈਂਡਰ ਨੂੰ ਲੈ ਕੇ ਦਰਜਾਬੰਦੀਆਂ ਨੇ, ਖੇਤਰ ਨੂੰ ਲੈ ਕੇ ਦਰਜਾਬੰਦੀਆਂ ਨੇ, ਘੱਟ ਗਿਣਤੀ ਨੂੰ ਲੈ ਕੇ ਦਰਜਾਬੰਦੀਆਂ ਨੇ, ਬਹੁ ਗਿਣਤੀ ਨੂੰ ਲੈ ਕੇ ਦਰਜਾਬੰਦੀਆਂ ਨੇ। ਇਹਨਾਂ ਨੂੰ ਵੀ ਜਦੋਂ ਅਸੀਂ ਖੋਲਦੇ ਹਾਂ, ਜਿਵੇਂ ਮੈਂ ਕਹਿੰਦੀ ਹੁੰਦੀ ਹਾਂ ਕਿ ਜਦੋਂ ਮੇਲ ਦਰਜਾਬੰਦੀ ਦੀ ਗੱਲ ਹੁੰਦੀ ਹੈ, ਮੰਨ ਲਓ ਮੇਲ ਜੈਂਡਰ ਦਰਜਾਬੰਦੀ ਦੀ ਗੱਲ ਹੁੰਦੀ ਹੈ, ਮੇਲ ਉਹਦੇ ਚ ਉੱਪਰ ਹੈ, ਤਾਂ ਉਹਦੇ ਵਿੱਚ ਵੀ ਮੇਲ ਵੀ ਅੱਗੇ ਦਰਜਾਬੰਦੀਆਂ ਦੇ ਸ਼ਿਕਾਰ ਨੇ, ਠੀਕ ਹੈ, ਫੀਮੇਲ ਵੀ ਅੱਗੇ ਦਰਜਾਬੰਦੀਆਂ ਦੀ ਸ਼ਿਕਾਰ ਹੈ। ਕਿਹੜੀ ਔਰਤ ਕਿਹੜੀ ਦਰਜਾਬੰਦੀ ਦੇ ਵਿੱਚ ਫਿੱਟ ਹੁੰਦੀ ਹੈ, ਕਿਹੜੀ ਔਰਤ ਚੰਗੀ ਹੈ, ਕਿਹੜੀ ਮਾੜੀ ਹੈ, ਕਿਹੜੀ ਸੋਹਣੀ ਹੈ, ਕਿਹੜੀ ਕਸੋਹਣੀ ਹੈ, ਕਿਹੜੀ ਜਿਹੜੀ ਹੈਗੀ ਉਹ ਆਈਡੀਅਲ ਹੋ ਸਕਦੀ ਹੈ, ਕਿਹੜੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਮੇਲ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਸੁਸਾਇਟੀ ਦੇ ਵਿੱਚ ਜਾਂ ਪੈਟਰੀਆਰਕੀਕਲ ਸੁਸਾਇਟੀ ਦੇ ਵਿੱਚ ਮੇਲ ਹੋਣਾ ਹੀ ਕਾਫੀ ਨਹੀਂ ਹੈਗਾ। ਬੰਦੇ ਨੂੰ ਸਾਰੀ ਜ਼ਿੰਦਗੀ ਸਾਬਤ ਕਰਨਾ ਪੈਂਦਾ ਕਿ ਨਹੀਂ ਮੈਂ ਮੇਲ ਆ। ਉਹ ਮਸਕੂਲਿਨਿਟੀ ਸਾਬਤ ਕਿੱਥੋਂ ਕਰਦਾ? ਕੰਟਰੋਲ ਤੋਂ। ਸਾਡੇ ਕਿਹਾ ਜਾਂਦਾ ਕਿ ਜਿਹਦੇ ਘਰ ਹੀ ਕੰਟਰੋਲ 'ਚ ਨਹੀਂ ਹੈਗਾ, ਮਤਲਬ ਉਹ ਕੀ, ਜਿਹਦੀ ਔਰਤ ਕੰਟਰੋਲ 'ਚ ਨਹੀਂ ਹੈਗੀ ਉਹ ਕੀ, ਹੈ ਨਾ। ਤਾਂ ਪੈਟਰੀਆਰਕੀ ਔਰ ਮਸਕੂਲਿਨਿਟੀ, ਜਿਹਨੂੰ ਅਸੀਂ ਕਹੀਏ ਮਸਕੂਲਿਨਿਟੀ ਇਕੁਅਲ ਟੂ ਕੰਟਰੋਲ, ਜਿੰਨਾ ਕਿਸੇ ਦਾ ਕੰਟਰੋਲ ਵੱਧ ਹੋਊਗਾ ਉਨਾ ਹੀ ਉਹ ਵੱਧ ਪੈਟਰੀਆਰਕੀ ਦੇ ਪੱਖ 'ਚ ਭੁਗਤੂਗਾ ਤੇ ਪੈਟਰੀਆਰਕੀ ਉਹਨੂੰ ਜਿਹੜਾ ਹੈਗਾ ਉਹ ਮਾਨਤਾ ਦਊਗੀ। ਸੋ ਦਰਜਾਬੰਦੀ ਦੇ ਅੰਦਰ ਜਦੋਂ ਬੰਦਾ ਗੱਲ ਕਰਦਾ ਹੈ ਤਾਂ ਇਹਨੂੰ ਅੱਗੇ ਵਿਤਕਰੇ ਨਾਲ ਸਮਝਣ ਦੀ ਲੋੜ ਹੈ ਕਿ ਦਰਜਾਬੰਦੀ ਦੀਆਂ ਇੰਨੀਆਂ ਲੇਅਰਸ ਨੇ ਕਿ ਉਹ ਇੱਕ ਟਾਕ ਦੇ ਵਿੱਚ ਉਹਨਾਂ ਬਾਰੇ ਗੱਲ ਆਪਾਂ ਨਹੀਂ ਉਸ ਤਰ੍ਹਾਂ ਹੋ ਸਕਦੀ। ਤਾਂ ਜਦੋਂ ਅਸੀਂ ਸ਼ਾਰਟ ਦੇ ਵਿੱਚ ਕਹਿੰਦੇ ਕਿ ਦਰਜਾਬੰਦੀ ਦੀਆਂ ਇੰਨੀਆਂ ਲੇਅਰ ਹੋਣ ਦੇ ਬਾਵਜੂਦ ਕਿਹੜੀ ਇੱਕ ਚੀਜ਼ ਹੈ ਜਿਹੜੀ ਇਹਨੂੰ ਜੋੜਦੀ ਹੈ ਸਾਰੀਆਂ ਦਰਜਾਬੰਦੀਆਂ ਨੂੰ, ਉਹ ਚੀਜ਼ ਹੈ ਵਿਤਕਰਾ। ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਹਾਂ ਸਾਰਿਆਂ ਨਾਲ, ਜਿਵੇਂ ਮੈਂ ਪਹਿਲਾਂ ਦੱਸਿਆ ਕਿੰਨੇ ਤਰੀਕੇ ਨੇ, ਬੇਸਿਕ ਤਰੀਕੇ ਨੇ, ਪੈਮਾਨੇ ਨੇ, ਜਿਨ੍ਹਾਂ ਪੈਮਾਨਿਆਂ ਦੇ ਬੇਸ ਤੇ ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਉਹ ਡਿਸਕ੍ਰਿਮੀਨੇਸ਼ਨ ਹੈ ਜਿਹੜਾ ਉਹ ਅੱਗੇ ਜਾ ਕੇ ਦੋ ਪੱਖਾਂ 'ਚ ਜਾਂ ਦੋ ਤਰੀਕਿਆਂ ਨਾਲ ਫੈਲਦਾ। ਇੱਕ ਕਿ ਅਸੀਂ ਦੂਸਰੇ ਨਾਲ ਵਿਤਕਰਾ ਕਰ ਰਹੇ ਹਾਂ, ਉਹਨੂੰ ਛੋਟਾ ਦਿਖਾ ਰਹੇ ਹਾਂ, ਪਰ ਇਹਦਾ ਇੱਕ ਇੰਪੈਕਟ ਸਾਡੇ ਤੇ ਵੀ ਹੁੰਦਾ ਹੈ ਕਿ ਅਸੀਂ ਵੀ ਉਸ ਵਿਤਕਰੇ ਆਪਣੇ ਨਾਲ ਅੱਗੇ ਵਿਤਕਰਾ ਕਰਨ ਦੇ ਲਈ ਇੱਕ ਰਾਹ ਤਿਆਰ ਕਰ ਰਹੇ ਹਾਂ। ਇਸ ਸੈਂਸ ਦੇ ਵਿੱਚ ਜਿਹੜੀ ਸਮਝਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਦਰਜਾਬੰਦੀ ਨੂੰ ਮਾਨਤਾ ਦਿੰਦੇ ਹਾਂ, ਮੈਨੂੰ ਥੋੜਾ ਖੋਲ ਦਿੰਦੀ ਹਾਂ ਕਿ ਦਰਜਾਬੰਦੀ ਨੂੰ ਮਾਨਤਾ ਦੇਣ ਦਾ ਅਰਥ ਹੈ ਕਿ ਤੁਸੀਂ ਆਪਣੇ ਤੋਂ ਛੋਟਿਆਂ ਨੂੰ, ਆਪਣੇ ਤੋਂ ਨੀਵਿਆਂ ਨੂੰ ਹੀਣਾ ਸਾਬਤ ਕਰਤਾ। ਪਰ ਇਹਦਾ ਉੱਪਰਲਾ ਪੱਖ ਕੀ ਹੈ? ਦਰਜਾਬੰਦੀ ਦੋ ਪੌੜੀਆਂ ਨਹੀਂ ਹੈਗੀਆਂ ਵੀ ਇੱਕ ਉੱਚਾ ਇੱਕ ਨੀਵਾਂ। ਦਰਜਾਬੰਦੀ ਹਮੇਸ਼ਾ ਕੰਪੈਰੀਜ਼ਨ 'ਚ ਆਉਂਦੀ ਹੈ, ਤੁਲਨਾ ਦੇ ਵਿੱਚ ਆਉਂਦੀ ਹੈ। ਤੁਸੀਂ ਇਸ ਲਈ ਸਟਰੋਂਗ ਹੋ ਕਿਉਂਕਿ ਫਲਾਨਾ ਤੁਹਾਡੇ ਤੋਂ ਮਾੜਾ ਹੈ, ਪਰ ਦੂਸਰੇ ਕੰਟਰੈਸਟ ਦੇ ਵਿੱਚ ਜਾ ਕੇ, ਦੂਸਰੇ ਕੰਪੈਰੀਟਿਵ ਦੇ ਵਿੱਚ ਜਾ ਕੇ ਉਹੀ
ਧਿਰ ਜਾਂ ਉਹੀ ਵਿਅਕਤੀ ਮਾੜਾ ਹੋ ਜਾਂਦਾ ਹੈ, ਹੀਣਾ ਹੋ ਜਾਂਦਾ ਹੈ, ਕਿਉਂਕਿ ਉਹਦੇ ਨਾਲੋਂ ਤਕੜਾ ਕੋਈ ਮਿਲ ਜਾਂਦਾ ਹੈ। ਤਾਂ ਇਹ ਜਿਹੜੀ ਚੇਨ ਹੈ ਦਰਜਾਬੰਦੀ ਦੀ, ਉੱਪਰ ਤੋਂ ਥੱਲੇ ਤੱਕ ਕਿ ਇੱਕ ਲੇਅਰ ਹੈ, ਫਿਰ ਦੂਜੀ ਹੈ, ਫਿਰ ਤੀਜੀ ਹੈ, ਤਾਂ ਇਹਦੇ 'ਚ ਅਸੀਂ ਇੱਕ ਤੋਂ ਤਕੜੇ ਹੋ ਸਕਦੇ ਹਾਂ, ਨੀਚੇ ਵਾਲੇ 2 ਤੋਂ 4 ਤੋਂ ਤਕੜੇ ਹੋ ਸਕਦੇ ਹਾਂ, ਪਰ ਉਨੀਆਂ ਹੀ ਲੇਅਰਸ ਸਾਡੇ ਉੱਪਰ ਨੇ। ਇਹ ਲੇਅਰਸ ਡਿਸਕ੍ਰਿਮੀਨੇਸ਼ਨ ਦੀ ਹਰ ਫਾਰਮ 'ਚ ਨੇ, ਬਿਊਟੀ ਦੀ ਫਾਰਮ 'ਚ ਨੇ, ਇਹ ਮਸਕੂਲੈਨਿਟੀ ਦੀ ਫਾਰਮ 'ਚ ਨੇ, ਇਹ ਚੰਗਿਆਈ ਦੀ ਫਾਰਮ 'ਚ ਨੇ, ਬੁਰਾਈ ਦੀ ਫਾਰਮ 'ਚ ਨੇ, ਨੈਤਿਕਤਾ ਦੀ ਫਾਰਮ 'ਚ ਨੇ, ਅਨੈਤਿਕਤਾ ਦੀ ਫਾਰਮ 'ਚ ਨੇ, ਮਾਨਤਾ ਦੀ ਫਾਰਮ 'ਚ ਨੇ। ਸੰਖੇਪ ਦੇ ਵਿੱਚ ਕਿਹਨੂੰ ਮਾਨਤਾ ਦਿੰਦੇ ਆ ਅਸੀਂ, ਹਨਾ, ਉਹ ਹਮੇਸ਼ਾ ਕੰਪੈਰੀਜ਼ਨ ਤੈਅ ਕਰੂਗਾ। ਜਦੋਂ ਕੰਪੈਰੀਜ਼ਨ ਹੈ ਤਾਂ ਕੰਪੈਰੀਜ਼ਨ ਦਾ ਮਤਲਬ ਹੈ ਕਿ ਅਸੀਂ ਜਿੱਥੇ ਹਾਂ ਉੱਥੇ ਮਾੜੇ ਨੂੰ ਤਾਂ ਅਸੀਂ ਠੀਕ ਹੈ ਛੱਡਤਾ, ਉਹਨੂੰ ਤਾਂ ਅਸੀਂ ਮਾਨਤਾ ਦੇਤੀ ਕਿ ਮਾੜਾ ਹੈ, ਪਰ ਅਸੀਂ ਫਰਦਰ ਲੰਘਣਾ ਚਾਹੁੰਦੇ ਹਾਂ, ਅਗਲੀ ਪੌੜੀ ਦੇ ਉੱਤੇ, ਅਗਲੇ ਡੰਡੇ ਦੇ ਉੱਤੇ ਜਾਣਾ ਚਾਹੁੰਦੇ ਹਾਂ, ਤਾਂ ਅਸੀਂ ਜਿਹੜਾ ਹੈਗਾ ਉਹ ਉੱਪਰਲਿਆਂ ਨੂੰ ਅੱਖਾਂ ਦਿਖਾਉਂਦੇ ਹਾਂ, ਉੱਪਰਲਿਆਂ ਨਾਲ ਇੱਕ ਨੈਗੋਸੀਏਸ਼ਨ ਦੇ ਵਿੱਚ ਪੈਂਦੇ ਹਾਂ, ਉੱਪਰਲਿਆਂ ਨੂੰ ਚਾਹੁੰਦੇ ਹਾਂ ਕਿ ਇੱਥੇ ਚੀਜ਼ਾਂ ਸੈਟਲ ਹੋਣ, ਇੱਥੇ ਬਰਾਬਰੀ ਹੋਵੇ। ਤਾਂ ਮੈਂ ਜਦੋਂ ਦੇਖਦੀ ਹਾਂ ਤਬਦੀਲੀ ਨੂੰ ਜਾਂ ਬਦਲਾਅ ਨੂੰ, ਮੇਰੇ ਲਈ ਤਬਦੀਲੀ ਤੇ ਬਦਲਾਅ ਹਜੇ ਤੱਕ ਇੰਨੇ ਰੈਵੋਲੂਸ਼ਨ ਹੋਣ ਦੇ ਬਾਵਜੂਦ ਸ਼ਾਇਦ ਇਸ ਲਈ ਮੈਨੂੰ ਲੱਗਦਾ ਕਿ ਟਿਕ ਨਹੀਂ ਸਕਿਆ, ਕਿਉਂਕਿ ਅਸੀਂ ਆਪਣੇ ਤੋਂ ਉੱਪਰਲਿਆਂ ਨੂੰ, ਜਿਹੜਾ ਸਾਡੇ ਨਾਲ ਸ਼ੋਸ਼ਣ ਹੋਇਆ, ਉਹਨੂੰ ਤਾਂ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ, ਪਰ ਜਿਹੜਾ ਅਸੀਂ ਸੱਤਾ ਦਾ ਹਿੱਸਾ ਬਣ ਕੇ ਸ਼ੋਸ਼ਣ ਕਰਦੇ ਹਾਂ, ਜਿਹੜਾ ਅਸੀਂ ਵਿਤਕਰਾ ਕਰਦੇ ਹਾਂ, ਉਹਨੂੰ ਅਸੀਂ ਐਡਰੈਸ ਵੀ ਨਹੀਂ ਹੋਣਾ ਚਾਹੁੰਦੇ। ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਸੱਤਾ ਦੀ ਜਿਹੜੀ ਰੂਪ ਹੈ ਜਾਂ ਸੱਤਾ ਦਾ ਸਭ ਤੋਂ ਵੱਡੀ ਸੰਸਥਾ ਹੈ, ਉਹ ਪਰਿਵਾਰ ਹੈ, ਉਹ ਘਰ ਹੈ। ਘਰ ਦੇ ਵਿੱਚ ਤੁਸੀਂ ਸਾਰੀਆਂ ਸੱਤਾ ਦੀਆਂ ਪਾਵਰਸ ਵੀ ਫੀਲ ਕਰੋਗੇ, ਸਾਰਾ ਡਿਸਕ੍ਰਿਮੀਨੇਸ਼ਨ ਵੀ ਫੀਲ ਕਰੋਗੇ। ਸਾਡੇ ਘਰਾਂ ਦੇ ਵਿੱਚ ਤਾਂ ਉਸ ਘਰ ਨੂੰ, ਸਮਾਜ ਦੇ ਵਿੱਚ ਉਸ ਘਰ ਨੂੰ ਚੰਗਾ ਘਰ ਮੰਨਿਆ ਜਾਂਦਾ ਹੈ ਜਿੱਥੇ ਪਿਓ ਜਾਂ ਦਾਦਾ, ਹਨਾ, ਪੂਰੇ ਘਰ ਨੂੰ ਚੁੱਪ ਕਰਾ ਕੇ ਰੱਖਦਾ ਹੈ ਤੇ ਇੱਕ ਬੰਦੇ ਦੀ ਚੱਲਦੀ ਹੈ। ਸਾਡੀ ਸੋਸਾਇਟੀ ਹੋਲ ਦੇ ਵਜੋਂ ਐਜ਼ ਸੱਚ ਉਹ ਆਈਡੀਅਲਾਈਜ਼ ਕਰਦੀ ਹੈ ਤਾਨਾਸ਼ਾਹੀ ਨੂੰ। ਉਹ ਕਹਿੰਦੀ ਹੈ ਕਿ ਤੁਸੀਂ ਬੋਲਣਾ ਨਹੀਂ ਹੈ ਉਸ ਸੱਤਾ ਦੇ ਖਿਲਾਫ ਜਿਹੜੀ ਸਾਡੇ ਘਰ ਹੋ ਰਹੀ ਹੈ, ਸਾਡੇ ਘਰ 'ਚ ਬੈਠੀ ਹੈ। ਤਾਂ ਉਹ ਲੋਕ ਜਿਹੜੇ ਆਪਣੇ ਹੀ ਘਰਾਂ ਦੇ ਵਿੱਚ ਤਾਨਾਸ਼ਾਹੀ ਨੂੰ ਕਹੀ ਅਸੀਂ ਕਿ ਪ੍ਰਮੋਟ ਕਰਦੇ ਨੇ, ਉਹਨੂੰ ਮਾਨਤਾ ਦਿੰਦੇ ਨੇ, ਉਹ ਸੋਸਾਇਟੀ ਕਿਵੇਂ ਲਿਬਰਲ ਫੋਰਸਸ ਨਾਲ ਆਪਣਾ ਰਿਸ਼ਤਾ ਬਣਾਉਗੀ, ਉਹ ਕਿਵੇਂ ਉਦਾਰਤਾ ਨਾਲ ਆਪਣਾ ਰਿਸ਼ਤਾ ਬਣਾਉਗੀ। ਉਹ ਉਦਾਰਤਾ ਨਾਲ ਰਿਸ਼ਤਾ ਇਸ ਲਈ ਨਹੀਂ ਬਣਾਉਗੀ ਕਿ ਉਹਦੀ ਮਤਲਬ ਉਹ ਚਾਹੁੰਦੀ ਹੈ ਉਦਾਰਤਾ ਨਾਲ ਰਿਸ਼ਤਾ ਬਣਾਉਣਾ, ਪਰ ਉਹ ਉਦਾਰਤਾ ਨਾਲ ਰਿਸ਼ਤਾ ਇਸ ਲਈ ਬਣਾਉਂਦੀ ਹੈ ਕਿਉਂਕਿ ਉਹਦੀ ਮਜਬੂਰੀ ਬਣ ਜਾਂਦੀ ਹੈ। ਜੇ ਘਰਾਂ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਪਿਆ ਹੈ, ਜੇ ਘਰਾਂ ਦੇ ਵਿੱਚ ਵੀ ਪਾਵਰ ਪੋਲਿਟਿਕਸ ਪਈ ਹੈ, ਜੇ ਘਰਾਂ ਦੇ ਵਿੱਚ ਵੀ ਦਾਬਾ ਪਿਆ, ਤਾਂ ਫਿਰ ਸੁੱਖ ਦਾ ਸਾਹ ਕਿੱਥੇ ਮਿਲੂਗਾ, ਫਿਰ ਸਕੂਨ ਕਿੱਥੇ ਮਿਲੂਗਾ। ਇਸੇ ਕਰਕੇ ਹੁਣ ਜਿਹੜੀਆਂ ਲੜਾਈਆਂ ਨੇ ਉਹ ਘਰਾਂ ਚੋਂ ਨਿਕਲੀਆਂ ਹੋਈਆਂ ਲੜਾਈਆਂ ਨੇ। ਹੁਣ ਜਿਹੜੇ ਵਿਰੋਧ ਦੇ ਪ੍ਰਵਚਨ ਖੜੇ ਹੋ ਰਹੇ ਨੇ, ਉਹ ਇੱਕ ਆਮ ਬੰਦੇ ਦੇ ਧਰਾਤਲ ਤੋਂ ਲੈ ਕੇ ਵਾਈਡਰ ਪਰਸਪੈਕਟਿਵ ਤੱਕ ਫੈਲੇ ਹੋਏ ਧਰਾਤਲ ਨੇ। ਸਾਨੂੰ ਇਹ ਸਮਝਣਾ ਪਊਗਾ ਕਿ ਜੇ ਸਾਡਾ ਨਿਆਂ 'ਚ ਯਕੀਨ ਹੈ, ਜੇ ਸਾਡਾ ਬਰਾਬਰੀ 'ਚ ਯਕੀਨ ਹੈ, ਜੇ ਸਾਡਾ ਉਦਾਰਤਾ 'ਚ ਯਕੀਨ ਹੈ, ਜੇ ਸਾਡਾ ਲੋਕਤੰਤਰਿਕ ਢੰਗ ਤਰੀਕਿਆਂ ਨਾਲ ਜ਼ਿੰਦਗੀ ਦੇ ਢੰਗ ਤਰੀਕਿਆਂ 'ਚ ਯਕੀਨ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਪਹਿਲਾਂ ਆਪਣੇ ਆਪ ਤੇ ਇੰਪਲੀਮੈਂਟ ਕਰੀਏ, ਆਪਣੇ ਪਰਿਵਾਰ ਤੇ ਇੰਪਲੀਮੈਂਟ ਕਰੀਏ, ਆਪਣੇ ਨੇੜੇ ਤੇੜੇ ਇੰਪਲੀਮੈਂਟ ਕਰੀਏ। ਅਸੀਂ ਇਹਦੇ 'ਚ ਜ਼ਰੂਰੀ ਨਹੀਂ ਕਿ ਅੱਜ ਹੀ ਸਕਸੈਸਫੁਲ ਹੋਵਾਂਗੇ, ਹਨਾ, ਪਰ ਜ਼ਰੂਰੀ ਹੈ ਕਿ ਅਸੀਂ ਇਸ ਪ੍ਰੈਕਟਿਸ 'ਚ ਪਈਏ। ਪ੍ਰੋਬਲਮ ਇਹ ਹੈ ਕਿ ਅਸੀਂ ਇਸ ਪ੍ਰੈਕਟਿਸ 'ਚ ਹੀ ਨਹੀਂ ਹਜੇ ਤੱਕ ਪੈਣਾ ਚਾਹੁੰਦੇ, ਅਸੀਂ ਇਹਨਾਂ ਸਵਾਲਾਂ ਨੂੰ ਹਜੇ ਤੱਕ ਸੰਬੋਧਿਤ ਹੀ ਨਹੀਂ ਹੋਣਾ ਚਾਹੁੰਦੇ, ਤੇ ਅਸੀਂ ਉਹ ਸਾਰੇ ਆਵਾਜ਼ ਨੂੰ ਦਬਾਉਣ ਤੇ ਲੱਗੇ ਹੋਏ ਆ ਜਿਹੜੀ ਜਿੱਥੋਂ ਵੀ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਉੱਠਦੀ ਹੈ। ਅਸੀਂ ਸਿਰਫ ਉਸੇ ਆਵਾਜ਼ ਨੂੰ ਮਾਨਤਾ ਦਿੰਦੇ ਆ ਜਿਹੜੀ ਸਾਡੇ ਨਾਲ ਹੁੰਦੇ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੀ ਹੈ, ਹੈਨਾ। ਚਾਹੇ ਨੌਕਰੀ 'ਚ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ, ਚਾਹੇ ਸਾਡੇ ਨਾਲ ਕਿਸੇ ਪਾਵਰ ਸਟਰਕਚਰ ਦੇ ਵਿੱਚ ਧੱਕਾ ਹੋਇਆ, ਮਤਲਬ ਜਿੱਥੇ ਤਾਂ ਮੇਰੀ ਗੱਲ ਹੋ ਰਹੀ ਹੈ ਉੱਥੇ ਦਾ ਲੋਕਤੰਤਰ ਚਾਹੀਦਾ, ਉੱਥੇ ਦਾ ਬਰਾਬਰੀ ਚਾਹੀਦੀ ਹੈ, ਪਰ ਜਿੱਥੇ ਮੈਂ ਕਿਸੇ ਨਾਲ ਕਰ ਰਿਹਾ ਤੇ ਉਹਦੇ ਹੱਕਾਂ ਦੀ ਗੱਲ ਹੋ ਰਹੀ ਹੈ, ਉਹ ਬਕਵਾਸ ਹੈ, ਉਹ ਵਾਹਿਆਤ ਹੈ ਤੇ ਨਹੀਂ ਹੋਣੀ ਚਾਹੀਦੀ। ਇਹ ਸਾਡੀ ਸੋਸਾਇਟੀ ਦੇ ਡਿਊਲ ਸਟੈਂਡਰਡਸ ਨੇ, ਦੋਹਰਾ ਕਿਰਦਾਰ ਹੈ, ਤੇ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਇਸ ਦੋਹਰੇ ਕਿਰਦਾਰ ਦੇ ਜਿਹੜਾ ਹੈਗਾ ਉਹ ਸ਼ਿਕਾਰ ਆ। ਇਸੇ ਕਰਕੇ ਅਸੀਂ ਬਰਾਬਰੀ ਤੇ ਸਮਾਨਤਾ ਤੇ
ਇੱਕ ਜਿਹਨੂੰ ਅਸੀਂ ਕਹਿੰਦੇ ਆ ਦੋ ਪੱਖੀ ਸਨਮਾਨ, ਹਨਾ, ਉਹ ਦੋ ਪੱਖੀ ਸਨਮਾਨ ਸਾਨੂੰ ਅਜੇ ਤੱਕ ਡਾਈਜੈਸਟ ਹੀ ਨਹੀਂ ਹੁੰਦਾ, ਹਜ਼ਮ ਹੀ ਨਹੀਂ ਹੁੰਦਾ ਕਿ ਕਿਵੇਂ ਹੋਊਗਾ। ਇਸੇ ਕਰਕੇ ਜਦੋਂ ਕੁੜੀਆਂ ਮਤਲਬ ਗੱਲ ਕਰਦੀਆਂ ਨੇ ਕਿ ਬਰਾਬਰੀ ਦਾ ਸਮਾਜ ਜਾਂ ਅਧਿਕਾਰ ਜਾਂ ਇਹ ਸਾਰਾ ਕੁਝ, ਤਾਂ ਮੁੰਡਿਆਂ ਨੂੰ ਲੱਗਦਾ ਹੈ ਕਿ ਇਹ ਤਾਂ ਜੀ ਘਰ ਤੋੜਨ ਦੀ ਗੱਲ ਕਰਦੀਆਂ ਨੇ, ਹਨਾ, ਜਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਸੰਭਵ ਨਹੀਂ ਹੈਗਾ। ਲੋਕਾਂ ਨੂੰ ਲੱਗਦਾ ਹੈ ਕਿ ਇਹ ਵਿਰੋਧ ਦੀ ਗੱਲ ਹੋ ਰਹੀ ਹੈ। ਇਹ ਵਿਰੋਧ ਦੀ ਗੱਲ ਨਹੀਂ ਹੈਗੀ, ਇਹ ਪਹਿਲਾਂ ਸੁਣੀ ਜਾਣੀ ਚਾਹੀਦੀ ਹੈ ਗੱਲ ਕਿ ਉਹ ਕਹਿ ਕੀ ਰਹੀਆਂ ਨੇ। ਮੈਂ ਆਪਣੇ ਪਹਿਲੇ ਜਿਹੜੇ ਛੋਟੇ ਲਾਈਵ ਹੋਏ ਸੀ, ਮੈਂ ਉਹਨਾਂ 'ਚ ਵੀ ਗੱਲ ਕੀਤੀ ਸੀ ਕਿ ਅਸੀਂ ਤਾਂ ਹਜੇ ਗੱਲ ਸੁਣਨ ਲਈ ਤਿਆਰ ਨਹੀਂ ਹੋਏ, ਕੀ ਕਹਿ ਰਹੀਆਂ ਨੇ ਇਹ ਬਾਤ ਦੀ ਗੱਲ ਹੈ। ਉਹ ਬੋਲ ਰਹੀਆਂ ਨੇ, ਤੇ ਜੇ ਬੋਲ ਰਹੀਆਂ ਨੇ ਤਾਂ ਕੋਈ ਗੱਲ ਕਰ ਰਹੀਆਂ ਹੋਣਗੀਆਂ, ਇਹ ਅਸੀਂ ਇਹਨੂੰ ਵੀ ਮਾਨਤਾ ਦੇਣ ਨੂੰ ਤਿਆਰ ਨਹੀਂ ਹੈਗੇ। ਜਿਹੜੀਆਂ ਕੰਟਰਡਿਕਸ਼ਨਸ ਨੇ ਉਹ ਅਗਲੀ ਫਰਦਰ ਲੜਾਈ ਆ ਸੋਲਵ ਕਰਨ ਦੀ। ਅਸੀਂ ਤਾਂ ਫਸਟ ਫੇਜ਼ ਤੇ ਫਸੇ ਹੋਏ ਆ। ਸਾਨੂੰ ਬੋਲਦੀਆਂ ਔਰਤਾਂ ਤੋਂ ਡਰ ਲੱਗਦਾ ਹੈ, ਸਾਨੂੰ ਬੋਲਦੇ ਦਲਿਤਾਂ ਤੋਂ ਡਰ ਲੱਗਦਾ ਹੈ, ਸਾਨੂੰ ਬੋਲਦੇ ਲੜਦੇ ਆਦੀਵਾਸੀਆਂ ਤੋਂ ਡਰ ਲੱਗਦਾ ਹੈ। ਤਾਂ ਫਿਰ ਅਸੀਂ ਇੱਕ ਬਿਹਤਰ ਸਮਾਜ ਜਿਹਦੀਆਂ ਗੱਲਾਂ ਚਾਰੇ ਪਾਸੇ ਅਸੀਂ ਕਰਦੇ ਹਾਂ ਰਾਤ ਦਿਨ, ਖਾਸ ਕਰਕੇ ਪੜ੍ਹੇ ਲਿਖੇ ਲੋਕ ਜਿਸ ਸੋਫਿਸਟੀਕੇਟਡ ਸੋਸਾਇਟੀ ਦੀ, ਸਿਵਲ ਸੋਸਾਇਟੀ ਦੀ ਗੱਲ ਕਰਦੇ ਨੇ, ਉਹ ਉਸ ਮਾਡਲ ਤੱਕ ਅਸੀਂ ਕਿਵੇਂ ਪਹੁੰਚਾਂਗੇ? ਅਸੀਂ ਇਸ ਸਵਾਲ ਨੂੰ ਕਦੇ ਉਸ ਤਰ੍ਹਾਂ ਮੁਖਾਤਿਬ ਨਹੀਂ ਹੋਏ। ਪਰ ਜਿਹੜੇ ਲੋਕ ਮੁਖਾਤਿਬ ਹੋ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਇੰਪੋਰਟੈਂਟ ਆ, ਇਹ ਜ਼ਰੂਰੀ ਆ ਇਹਨਾਂ ਚੀਜ਼ਾਂ ਨੂੰ ਸਮਝਣਾ, ਤੇ ਆਵਾਜ਼ ਦੇ ਉੱਤੇ ਉਹ ਫੋਕਸ ਕਰ ਰਹੇ ਨੇ ਕਿ ਇਸ ਆਵਾਜ਼ ਨੂੰ ਹਰ ਤਰੀਕੇ ਨਾਲ, ਹਰ ਲਿਹਾਜ਼ ਨਾਲ, ਸਨਮਾਨਯੋਗ ਢੰਗ ਨਾਲ ਸਮਝਿਆ ਜਾਣਾ ਚਾਹੀਦਾ ਹੈ। ਜਿੱਥੇ ਆਵਾਜ਼ ਗਲਤ ਹੈ ਉਹਦੇ ਨਾਲ ਸੰਵਾਦ ਰਚਾਇਆ ਜਾਣਾ ਚਾਹੀਦਾ ਹੈ, ਉਹਨੂੰ ਦੱਸਿਆ ਜਾਣਾ ਚਾਹੀਦਾ ਕਿ ਸਾਨੂੰ ਇੱਥੇ ਗਲਤ ਲੱਗ ਰਿਹਾ ਹੈ, ਕੋਈ ਗੱਲ ਨਹੀਂ, ਆਪਾਂ ਬੈਠਦੇ ਆਪਾਂ ਇਸ ਮਸਲੇ ਤੇ ਗੱਲ ਕਰਦੇ ਹਾਂ। ਤਾਂ ਉਸ ਚੀਜ਼ ਦੇ ਵਿੱਚੋਂ ਅੱਜ ਜੇ ਅਸੀਂ ਪੂਰੀ ਦੁਨੀਆ ਦੇ ਵਿੱਚ ਗੱਲ ਕਰੀਏ ਕਿ ਹਿਸਟਰੀ ਫਰੋਮ ਬਿਲੋ ਦਾ ਕਨਸੈਪਟ ਹੈ ਜਿਹੜਾ, ਉਹ ਨਿਕਲਦਾ ਹੈ ਕਿ ਇਤਿਹਾਸ ਸਿਰਫ ਰਾਜਿਆਂ ਮਹਾਰਾਜਿਆਂ ਦਾ ਨਹੀਂ ਹੈਗਾ। ਇਤਿਹਾਸ ਸਿਰਫ ਪਾਵਰਫੁਲ ਜਿਹੜੀਆਂ ਸ਼ਖਸੀਅਤਾਂ ਹੋਈਆਂ ਨੇ, ਤਾਕਤਵਰ ਜਿਹੜੀਆਂ ਸ਼ਖਸੀਅਤਾਂ ਹੋਈਆਂ ਨੇ, ਉਹਨਾਂ ਦਾ ਨਹੀਂ ਹੈਗਾ। ਉਹ ਤਾਂ ਗਿਣਤੀ ਦੀਆਂ ਸੀ। ਦੁਨੀਆ ਤਾਂ ਕਿਸੇ ਨੇ ਹੋਰ ਬਚਾਈ, ਤਰੱਕੀ ਤਾਂ ਕਿਸੇ ਨੇ ਹੋਰ ਕੀਤੀ। ਸਾਨੂੰ ਇਸ ਪੜਾਅ ਤੇ ਲੈ ਕੇ ਆਉਣ ਵਾਲੇ ਤਾਂ ਹੋਰ ਲੋਕ ਸੀ ਜਿਹੜੇ ਇਤਿਹਾਸ 'ਚ ਉਸ ਤਰ੍ਹਾਂ ਦਰਜ ਨਹੀਂ ਹੋਏ। ਉਹ ਕਿਵੇਂ ਮਹਿਸੂਸ ਕਰਦੇ ਸੀ, ਉਹ ਕਿਵੇਂ ਜਿਉਂਦੇ ਸੀ, ਉਹਨਾਂ ਦੇ ਜਿਉਣ ਦੇ ਢੰਗ, ਉਹਨਾਂ ਦੇ ਸੋਚਣ ਦੇ ਢੰਗ, ਉਹਨਾਂ ਦੇ ਜਾਣਨ ਦੇ ਵਸੀਲੇ, ਸਿੱਖਣ ਦੇ ਵਸੀਲਿਆਂ ਨੂੰ ਹਿਸਟਰੀ ਫਰੋਮ ਦਾ ਬੈਲੋ, ਜਿਹਨੂੰ ਅਸੀਂ ਕਹਿੰਦੇ ਆ ਕਿ ਹੇਠਾਂ ਤੋਂ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ। ਜਿਹੜੀ ਅਸੀਂ ਲੜਾਈ ਵੀ ਕਹਿੰਦੇ ਆ ਕਿ ਲੜਾਈਆਂ ਹੁਣ ਠੀਕ ਹੈ ਉੱਪਰ ਅਸੀਂ ਲੜੀਆਂ, ਸੱਤਾ ਵੱਲ ਨੂੰ ਲੜੀਆਂ, ਪਰ ਹੁਣ ਹੇਠਾਂ ਤੋਂ ਉੱਪਰ ਜਾਣੀਆਂ ਚਾਹੀਦੀਆਂ ਨੇ, ਉੱਪਰ ਤੋਂ ਹੇਠਾਂ ਨਹੀਂ। ਤਾਂ ਇਹ ਜਿਹੜਾ ਚੀਜ਼ਾਂ ਨੂੰ ਸਮਝਣ ਦਾ ਇੱਕ ਨਵਾਂ ਨਜ਼ਰੀਆ ਉਹ ਉੱਥੋਂ ਪੈਦਾ ਹੁੰਦਾ ਹੈ ਜਿਹੜਾ ਵਿਦਵਾਨਾਂ ਨੇ ਦਿੱਤਾ। ਜਦੋਂ ਅਸੀਂ ਉਸ ਤਰੀਕੇ ਨੂੰ ਸਮਝਦੇ ਹਾਂ ਕਿ ਹਿਸਟਰੀ ਫਰੋਮ ਬਿਲੋ ਕੀ ਹੈ, ਤਾਂ ਉਹ ਕਹਿੰਦਾ ਕਿ ਸਿੰਪਲ ਜੀ ਗੱਲ ਹੈ, ਜੇ ਸਦੀਆਂ ਤੋਂ ਸ਼ੋਸ਼ਣ ਹੈ ਤਾਂ ਸ਼ੋਸ਼ਣ ਦੇ ਖਿਲਾਫ ਆਵਾਜ਼ ਅੱਜ ਕਿਉਂ? ਇਹ ਇਤਿਹਾਸ ਸਾਨੂੰ ਸਿਰਫ ਇੱਕ ਗੱਲ ਸਮਝਾਉਂਦਾ ਹੈ ਕਿ ਜੇ ਸਦੀਆਂ ਤੋਂ ਲੜਾਈ ਹੈ, ਸਦੀਆਂ ਤੋਂ ਕਿਸੇ ਨਾਲ ਧੱਕਾ ਹੋ ਰਿਹਾ ਹੈ, ਕਿਸੇ ਨੂੰ ਦਬਾਇਆ ਜਾ ਰਿਹਾ ਹੈ, ਤਾਂ ਕੋਈ ਧਿਰ ਸਦੀਆਂ ਤੋਂ ਦਬੀ ਹੀ ਕਿਵੇਂ ਚੱਲੀ ਆ ਰਹੀ ਹੈ, ਤੇ ਅੱਜ ਉਹਨੇ ਬੋਲਣਾ ਤੇ ਅਸਰਟ ਕਰਨਾ ਕਿਵੇਂ ਸ਼ੁਰੂ ਕਰਤਾ। ਇਸ ਤੱਥ ਦੀ ਭਾਲ ਦੇ ਵਿੱਚ ਜਦੋਂ ਪਿੱਛੇ ਮੁੜਿਆ ਗਿਆ, ਵੱਖ-ਵੱਖ ਚੀਜ਼ਾਂ ਨੂੰ ਖੋਲਿਆ ਗਿਆ, ਤਾਂ ਇਹ ਸਾਹਮਣੇ ਆਇਆ ਕਿ ਨਹੀਂ, ਦਮਿਤ ਧਿਰਾਂ ਕਦੇ ਵੀ ਪੂਰੀ ਤਰ੍ਹਾਂ ਚੁੱਪ ਨਹੀਂ ਸੀ। ਦਮਿਤ ਧਿਰਾਂ ਚਾਹੇ ਕੋਈ ਵੀ ਕਿਸੇ ਵੀ ਤਰੀਕੇ ਨਾਲ ਦਮਿਤ ਸੀ, ਦਮਿਤ ਧਿਰਾਂ ਕਦੇ ਵੀ 100% ਉਹਨਾਂ ਨੇ ਸਾਇਲੈਂਸ ਨਹੀਂ ਦਿਖਾਈ। ਉਹ ਬੋਲਦੇ ਰਹੇ ਨੇ, ਉਹ ਆਪਣੀ ਗੱਲ ਕਹਿੰਦੇ ਰਹੇ ਨੇ। ਖਾਸ ਕਰਕੇ ਜੇ ਔਰਤ ਦੀ ਗੱਲ ਕਰੀਏ ਤਾਂ ਅਸੀਂ ਉਮਾ ਚੱਕਰਵਰਤੀ ਜੀ ਦਾ ਲੈਕਚਰ ਹੈ ਜਿਹੜਾ ਉਹ ਸੁਣ ਚੁੱਕੇ ਹਾਂ ਕਿ ਪੁਰਾਤਨ ਸਮਿਆਂ ਤੋਂ ਲੈ ਕੇ, ਹਨਾ, ਬਹੁਤ ਮੁੱਢਲੇ ਸਮਿਆਂ ਤੋਂ ਲੈ ਕੇ ਸਾਡੇ ਕੋਲੇ ਔਰਤਾਂ ਨੇ ਜਿਹੜੀਆਂ ਸਵਾਲ ਜਵਾਬ ਕਰਦੀਆਂ ਨੇ। ਸਾਡੇ ਕੋਲੇ ਐਗਜ਼ਾਮਪਲ ਮਿਲਦੇ ਨੇ, ਉਦਾਹਰਨਾਂ ਮਿਲਦੀਆਂ ਨੇ ਕਿ ਕਲਾਸੀਕਲ ਸਾਹਿਤ ਦੇ ਵਿੱਚ ਲਿਖਿਆ ਗਿਆ ਕਿ ਪੰਜਾਬ ਦੀਆਂ ਔਰਤਾਂ ਬੜਬੋਲੀਆਂ ਨੇ, ਤੇ ਪੰਜਾਬ ਦੀਆਂ ਔਰਤਾਂ ਨੇ ਜਿਹੜੀਆਂ, ਖਾਸ ਕਰਕੇ ਪੰਜਾਬ ਦੇ ਖਿੱਤੇ ਦੀਆਂ ਜਿਹੜੀਆਂ ਔਰਤਾਂ ਨੇ ਉਹ ਆਜ਼ਾਦੀ ਪਸੰਦ ਨੇ, ਇਸ ਕਰਕੇ ਉਹ ਚੰਗੀਆਂ ਔਰਤਾਂ ਨਹੀਂ ਹੈਗੀਆਂ, ਉਹ ਪਰਦੇ ਦੇ ਵਿੱਚ ਨਹੀਂ ਰਹਿੰਦੀਆਂ। ਇਹ ਚੀਜ਼ਾਂ ਚੱਲਦੀਆਂ ਰਹੀਆਂ ਲਗਾਤਾਰ। ਤਾਂ ਸਾਡੇ ਕੋਲ ਜਿਹੜੀ ਹੁਣ ਰਾਈਟਰ ਮਿਲਦੀ ਹੈ ਪੀਰੋ ਪ੍ਰੇਮਣ, ਉਹ ਇੱਕ ਇਸ ਤਰ੍ਹਾਂ ਦੀ ਬੀਬੀ ਹੈ ਜਿਹਨੇ ਮੱਧਕਾਲ ਦੇ ਵਿੱਚ ਉਹ ਸਾਧ ਬਣੀ, ਸੰਤ ਬਣੀ, ਤੇ ਉਹਨੇ ਆਪਣੀ ਰਚਨਾ ਕੀਤੀ। ਉਸ ਤੋਂ ਪਹਿਲਾਂ ਵੀ ਹੁਣ ਸੁਖਦੇਵ ਸਿਰਸਾ ਜੀ ਨੇ ਗੱਲਾਂ ਕੀਤੀਆਂ ਨੇ, ਦੱਸਿਆ ਸਾਨੂੰ ਕਿ ਉਸ ਤੋਂ ਪਹਿਲਾਂ ਵੀ ਬੀਬੀਆਂ ਹੈਗੀਆਂ ਨੇ, ਲਿਖਣ ਦੀ, ਬੋਲਣ ਦੀ ਟ੍ਰੈਡੀਸ਼ਨ ਹੈਗੀ ਆ। ਪਰ ਕਿਉਂ ਨਹੀਂ ਉਹਨਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ? ਉਹਦੇ ਦੋ ਕਾਰਨ ਨੇ। ਇੱਕ ਕਿ ਸੱਤਾਵਾਦੀ ਜਿਹੜੀ ਧਿਰ ਹੁੰਦੀ ਆ, ਕਾਬਜ਼ ਜਿਹੜੀ ਧਿਰ ਹੁੰਦੀ ਆ,
ਉਹ ਸਿਰਫ ਪਦਾਰਥਕ ਸੋਰਸਸ ਦੇ ਉੱਤੇ ਕਬਜ਼ਾ ਨਹੀਂ ਕਰਦੀ, ਉਹ ਸਿਰਫ ਮਟੀਰੀਅਲ ਫੋਰਸਸ ਦੇ ਉੱਤੇ ਕਬਜ਼ਾ ਨਹੀਂ ਕਰਦੀ, ਉਹ ਗਿਆਨ ਦੇ ਸਾਧਨਾਂ ਦੇ ਉੱਤੇ ਵੀ ਕਬਜ਼ਾ ਕਰਦੀ ਹੈ, ਫਿਲਾਸਫੀ ਦੇ ਉੱਤੇ ਵੀ ਕਬਜ਼ਾ ਕਰਦੀ ਹੈ। ਉਹਨੇ ਹਰ ਤਰੀਕੇ ਨਾਲ ਇੱਕ ਇਹੋ ਜਿਹਾ ਪ੍ਰਵਚਨ ਸਿਰਜਣਾ ਹੁੰਦਾ ਹੈ ਜਿਹੜਾ ਉਹਦੇ ਪੱਖ ਚ ਆਵੇ, ਤੇ ਉਹੀ ਪ੍ਰਵਚਨ ਫਿਰ ਹੌਲੀ 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 ਜਿਹਨੂੰ ਅਸੀਂ ਕਹਿੰਦੇ ਇੰਜੈਕਟ ਕਰਨਾ, ਟੀਕੇ ਲਾਉਂਦੇ ਰਹਿਣਾ, ਤੇ ਇੱਕ ਸਮੇਂ ਤੋਂ ਬਾਅਦ ਉਹ ਚੀਜ਼ਾਂ ਨੇ ਜਿਹੜੀਆਂ ਸੱਚ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਜਿਹੜਾ ਇਹ ਹਿਸਟਰੀ ਦੇ ਵਿੱਚ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਥਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੀਰ ਦਾ ਕਿਰਦਾਰ ਬੜਾ ਪਾਵਰਫੁਲ ਕਿਰਦਾਰ ਦਿਖਾਇਆ ਗਿਆ ਹੈ, ਸਾਡੇ ਕੋਲੇ ਰਜੀਆ ਸੁਲਤਾਨ ਹੈ, ਮਾਈ ਭਾਗੋ ਹੈ, ਕਿੰਨੇ ਔਰਤ ਕਿਰਦਾਰ ਨੇ ਇਤਿਹਾਸ ਦੇ ਵਿੱਚ ਜਿਹੜੇ ਨਾ ਕੇਵਲ ਆਪਣੀ ਗੱਲ ਕਹਿੰਦੇ ਨੇ ਸਗੋਂ ਆਪਣੀ ਗੱਲ ਦੇ ਉੱਤੇ ਅੜਦੇ ਨੇ, ਖੜਦੇ ਨੇ ਤੇ ਆਪਣੇ ਵਿਸ਼ਵਾਸ ਦੇ ਲਈ ਆਪਣੀ ਕੁਰਬਾਨੀ ਵੀ ਦੇ ਦਿੰਦੇ ਨੇ, ਹਨਾ। ਪਰ ਕਮਾਲ ਦੀ ਗੱਲ ਹੈ, ਜਦੋਂ ਮਤਲਬ ਮੈਂ ਲੋਕਧਾਰਾ ਤੇ ਕੰਮ ਕਰ ਰਹੀ ਸੀ ਕਿ ਪੰਜਾਬ ਦੀ ਲੋਕਧਾਰਾ ਦੇ ਵਿੱਚ ਲੋਕ ਗੀਤਾਂ ਦੇ ਵਿੱਚ ਔਰਤ ਹੈ ਜਿਹੜੀ ਉਹ ਜਦੋਂ ਸੰਵਾਦ ਚ ਪੈਂਦੀ ਹੈ ਜਾਂ ਉਹ ਵਰਤਦੀ ਹੈ, ਇਮੇਜਸ ਵਰਤਦੀ ਹੈ, ਬਿੰਬ ਵਰਤਦੀ ਹੈ ਲੋਕਧਾਰਾ ਦੇ, ਉਹਨੇ ਕਿੰਨੀਆਂ ਹੀ ਫਿਗਰਸ ਮਤਲਬ ਆਪਣੇ ਲੋਕ ਗੀਤਾਂ ਦੇ ਵਿੱਚ ਵਰਤੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ, ਨਾਨਕ ਜੀ ਨਾਲ ਜੁੜੀ ਤਾਂ ਬਹੁਤ ਫੋਕਲੋਰ ਮਿਲਦੀ ਹੈ ਔਰਤਾਂ ਦੇ ਵਿੱਚ। ਤਾਂ ਇਸੇ ਤਰ੍ਹਾਂ ਭਗਤ ਸਿੰਘ ਹੈ, ਗਾਂਧੀ ਵੀ ਹੈ, ਹਨਾ। ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਹੈ, ਮਿਰਜ਼ਾ ਹੈ, ਮਿਰਜ਼ਾ ਨਹੀਂ ਹੈ, ਪੂਰਨ ਹੈ, ਰਾਂਝਾ ਹੈ, ਕ੍ਰਿਸ਼ਨ ਹੈ, ਰਾਮ ਹੈ, ਲక్ష్మణ ਹੈ, ਰੋਡਾ ਜਲਾਲੀ ਨੇ, ਸੋਹਣੀ ਮਹਿਬਾਲ ਹੈ, ਸੱਸੀ ਪੁੰਨੂ ਹੈ। ਇੰਨੇ ਉਹਨਾਂ ਨੇ ਦੰਤ ਕਥਾ ਮਤਲਬ ਇਤਿਹਾਸ ਨਾਲ ਤੇ ਇਤਿਹਾਸ ਦੇ ਨਰੇਸ਼ਨ ਨਾਲ ਇੰਨਾ ਡਾਇਲੋਗ ਰਚਾਇਆ ਕਿ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਵਰਤਿਆ। ਪਰ ਜਦੋਂ ਅਸੀਂ ਲੋਕ ਧਾਰਾ ਨੂੰ ਦੇਖਦੇ ਇੱਥੇ ਇੱਕ ਗੱਲ ਵਿੱਚ ਸਕਿਪ ਹੋ ਗਈ ਸੀ, ਉਹ ਇਹ ਹੈ ਕਿ ਲੋਕ ਧਾਰਾ ਜਦੋਂ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨੂੰ ਇੱਕ ਅਲਟਰਨੇਟ ਦੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੱਤਾ ਦੀ ਧਿਰ ਹੁੰਦੀ ਹੈ ਜਿਹੜੀ, ਕਾਬਜ਼ ਧਿਰ ਹੁੰਦੀ ਹੈ ਜਿਹੜੀ, ਉਹ ਐਕਚੁਅਲੀ ਚਾਹੁੰਦੀ ਹੈ ਕਿ ਲੋਕ ਇਹ ਮੰਨਣ ਕਿ ਉਹ ਸਾਡੇ ਵਰਗੇ ਨਹੀਂ ਹੈਗੇ, ਲੋਕ ਇਹ ਸਮਝਣ ਕਿ ਅਸੀਂ ਖਾਸ ਹਾਂ। ਇਸ ਖਾਸੇ ਨੂੰ ਉਹ ਬਰਕਰਾਰ ਰੱਖਣ ਦੇ ਲਈ ਕਲਾ ਦੇ ਉੱਤੇ, ਗਿਆਨ ਦੇ ਉੱਤੇ, ਸਾਹਿਤ ਦੇ ਉੱਤੇ ਕਬਜ਼ਾ ਕਰਦੀ ਹੈ ਤੇ ਉਹਦੇ ਇਹੋ ਜਿਹੇ ਪੈਮਾਨੇ ਬਣਾਉਂਦੀ ਹੈ ਜਿਹੜੇ ਆਮ ਲੋਕਾਂ ਤੱਕ ਮਤਲਬ ਉਹ ਚੀਜ਼ ਨਾ ਪਹੁੰਚੇ। ਜਿਵੇਂ ਲਿਖਤ, ਲੋਕਾਂ ਨੂੰ ਪੜ੍ਹਨ ਹੀ ਨਹੀਂ ਸੀ ਦਿੱਤਾ ਜਾਂਦਾ, ਵੱਡੀ ਤੇ ਪੜ੍ਹਨ ਤੋਂ ਹੀ ਬਾਹਰ ਸੀਗੀ, ਤਾਂ ਉਹ ਲਿਖਤ ਨੂੰ ਕਿਵੇਂ ਪੜੂਗੀ, ਠੀਕ ਹੈ। ਤਾਂ ਉਹ ਇਸ ਤਰੀਕੇ ਨਾਲ ਕਲਾਸੀਕਲ ਢੰਗ ਤਰੀਕੇ ਜਿਹਨੂੰ ਅਸੀਂ ਕਹਿੰਦੇ ਹਾਂ ਸਾਹਿਤ, ਕਲਾ, ਫਿਲਾਸਫੀ, ਗਿਆਨ ਦੇ, ਉਹਦੇ ਤੋਂ ਆਮ ਬੰਦੇ ਨੂੰ ਬਾਹਰ ਰੱਖਿਆ ਜਾਂਦਾ ਸੀ। ਪਰ ਆਮ ਬੰਦੇ ਨੇ ਕੀ ਕੀਤਾ ਕਿ ਫੋਕਲੋਰ ਦੀ ਸਿਰਜਣਾ ਕੀਤੀ। ਮਨੋਰੰਜਨ ਨਾਲੋਂ ਕੋਈ ਬੰਦਾ ਦੂਰ ਨਹੀਂ ਰਹਿ ਸਕਦਾ, ਕਲਾ ਨਾਲੋਂ ਕੋਈ ਬੰਦਾ ਦੂਰ ਨਹੀਂ ਰਹਿ ਸਕਦਾ, ਬੰਦਾ ਬਚ ਨਹੀਂ ਸਕਦਾ ਆਪਣੇ ਭਾਵਨਾਵਾਂ ਦੇ ਪ੍ਰਗਟਾਅ ਤੋਂ ਬਿਨਾਂ ਜਾਂ ਉਹਦੀ ਸੰਤੁਸ਼ਟੀ ਤੋਂ ਬਿਨਾਂ। ਇਸ ਲਈ ਲੋਕਾਂ ਨੇ ਆਪਣਾ ਢੰਗ ਤਰੀਕਾ ਲੱਭ ਲਿਆ, ਲੋਕਧਾਰਾ ਲੱਭ ਲਈ। ਲੋਕਧਾਰਾ ਦੇ ਵਿੱਚ ਉਹਨਾਂ ਨੇ ਆਪਣੀ ਤਰ੍ਹਾਂ ਦੇ ਗੀਤ ਸਿਰਜੇ, ਉਹਨਾਂ ਨੇ ਆਪਣੀ ਤਰ੍ਹਾਂ ਦੀਆਂ ਮੂਰਤੀਆਂ ਵਾਹੀਆਂ, ਉਹਨਾਂ ਨੇ ਆਪਣੀ ਤਰ੍ਹਾਂ ਦੀਆਂ ਕੰਧਾਂ ਤੇ ਦੀਵਾਰਾਂ ਤੇ ਪੇਂਟਿੰਗ ਕੀਤੀ, ਰਾਜਿਆਂ ਨੇ ਮਹਿਲ ਖੜੇ ਕੀਤੇ, ਲੋਕਾਂ ਨੇ ਆਪਣੀ ਤਰ੍ਹਾਂ ਦੇ ਘਰਾਂ ਦਾ ਸਟਰਕਚਰ ਖੜਾ ਕੀਤਾ। ਤਾਂ ਆਰਕੀਟੈਕਚਰ ਨੂੰ ਲੈ ਕੇ, ਕਲਾ ਨੂੰ ਲੈ ਕੇ, ਗਿਆਨ ਨੂੰ ਲੈ ਕੇ, ਅਸੀਂ ਕਹਿੰਦੇ ਹਾਂ ਲੋਕ ਸਿਆਣਪਾਂ, ਹਨਾ, ਸਿਆਣਪ ਦੇ ਪੈਮਾਨਿਆਂ ਨੂੰ ਲੈ ਕੇ ਲੋਕਾਂ ਨੇ ਲੋਕਧਾਰਾ ਨੂੰ ਅਲਟਰਨੇਟ ਵਜੋਂ ਖੜਾ ਕਰਤਾ। ਪਰ ਹੁੰਦਾ ਕੀ ਹੈ ਹਿਸਟੋਰੀਕਲੀ ਕਿ ਜੇ ਅਸੀਂ ਇਤਿਹਾਸਕ ਤੌਰ ਤੇ ਜੇ ਅਸੀਂ ਸੁਚੇਤ ਨਹੀਂ ਹੈਗੇ ਤਾਂ ਉਹ ਚੀਜ਼ਾਂ ਹੌਲੀ ਹੌਲੀ ਸੱਤਾ ਆਪਣੇ ਕਲਾਵੇ 'ਚ ਲੈ ਲੈਂਦੀ ਹੈ, ਉਹਦੇ ਤੇ ਵੀ ਕਾਬਜ਼ ਹੋ ਜਾਂਦੀ ਹੈ ਤੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦੀ। ਇਸੇ ਤਰ੍ਹਾਂ ਲੋਕਧਾਰਾ ਆਪਣੇ तमाम ਅਪਵਾਦਾਂ ਦੇ ਨਾਲ ਕਿ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਕਿ ਉਹ ਰੈਸ਼ਨਲ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਕਿ ਉਹ ਬਰਾਬਰੀ ਦੀ ਗੱਲ ਕਰਦੀ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਕਿ ਉਹ ਰਿਸਪੈਕਟ ਦੀ, ਮਿਊਚੁਅਲ ਰਿਸਪੈਕਟ ਦੀ ਗੱਲ ਕਰਦੀ ਹੈ। ਪਰ ਇਹਦੇ ਬਾਵਜੂਦ ਲੋਕਧਾਰਾ ਜਿਹੜੀ ਹੈਗੀ ਆ ਉਹ ਪੈਟਰੀਆਰਕੀ ਤੇ ਸੱਤਾ ਦੇ ਪੱਖ 'ਚ ਭੁਗਤ ਜਾਂਦੀ ਹੈ। ਉਹਦਾ ਕਾਰਨ ਇਹੀ ਹੈ ਕਿ ਕਿਉਂਕਿ ਇਸ ਸਾਰੇ ਸਿਸਟਮ ਦੇ ਵਿੱਚ, ਸੱਭਿਆਚਾਰ ਤੇ ਸਮਾਜ ਦੇ ਸਿਸਟਮ ਦੇ ਵਿੱਚ ਸੈਂਟਰ 'ਚ ਮਰਦ ਹੈ ਤਾਂ ਮਰਦ ਆਪਣੀ ਦਾਅਵੇਦਾਰੀ ਨਹੀਂ ਛੱਡਣਾ ਚਾਹੁੰਦਾ। ਉਹ ਉੱਪਰਲੀਆਂ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ, ਉੱਪਰਲੀਆਂ ਸ਼ਕਤੀਆਂ ਨਾਲ ਤਾਂ ਲੜੂਗਾ, ਉਹਨਾਂ ਦੇ ਖਿਲਾਫ ਤਾਂ ਸੰਘਰਸ਼ ਕਰੂਗਾ, ਪਰ ਆਪਣੀ ਥਾਂ ਨਹੀਂ ਛੱਡੂਗਾ, ਆਪਣੀ ਸੱਤਾ ਨੂੰ ਬਹਾਲ ਰੱਖੂਗਾ ਤੇ ਉਹਨੇ ਉਹੀ ਸੱਤਾ ਲੋਕਧਾਰਾ ਦੇ ਵਿੱਚ ਵੀ ਬਹਾਲ ਰੱਖੀ। ਹੁਣ ਇਸ ਤੋਂ ਅਗਲਾ ਅਲਟਰਨੇਟ ਬਣਦਾ ਹੈ ਕਿ ਫਿਰ ਹੁਣ ਔਰਤ ਕਿੱਥੇ ਜਾਵੇ, ਦਲਿਤ ਧਿਰਾਂ ਕਿੱਥੇ ਜਾਣ। ਉਹਨਾਂ ਨੇ ਲੋਕਧਾਰਾ ਦੇ ਵਿੱਚੋਂ ਆਪਣੇ ਲਈ ਸਪੇਸ ਬਣਾਈ, ਉਹਨਾਂ ਨੇ ਲੋਕਧਾਰਾ ਦੇ ਵਿੱਚੋਂ ਆਪਣੀਆਂ ਗੱਲਾਂ ਕਹੀਆਂ। ਲੋਕ ਗੀਤਾਂ ਦੇ ਵਿੱਚੋਂ ਔਰਤਾਂ ਨੇ ਜਿਸ ਤਰ੍ਹਾਂ ਕਲਾ
ਕੱਢੀ है ना, ਫੁਲਕਾਰੀਆਂ ਕੱਢੀਆਂ, ਦਰੀਆਂ ਬੁਣੀਆਂ, ਗਲੀਚੇ ਬਣਾਏ, ਚਾਦਰਾਂ ਕੱਢੀਆਂ, ਉਹਦੇ ਵਿੱਚ ਜਿਸ ਤਰ੍ਹਾਂ ਦੇ ਪੈਟਰਨ ਨੇ, ਜਿਹੜੇ ਦੋਸਤ ਇਸ ਚੀਜ਼ ਨੂੰ ਪੜ੍ਹਨਾ ਚਾਹੁੰਦੇ ਨੇ ਉਹ ਹਰਜੀਤ ਸਿੰਘ ਗਿੱਲ ਦਾ ਤੇ ਖਹਿਰਾ ਸਾਹਿਬ ਦਾ ਕੰਮ ਪੜ੍ਹ ਸਕਦੇ ਨੇ, ਨਾਰ ਸਰ ਦਾ ਕੰਮ ਪੜ੍ਹ ਸਕਦੇ ਨੇ ਕਿ ਔਰਤ ਅਸਲ ਦੇ ਵਿੱਚ ਬਿਨਾਂ ਬੋਲੇ ਵੀ ਕਿਵੇਂ ਬੋਲਦੀ ਹੈ। मैं तो फिर भी किया तरला बुड़बुड़ के किते कोई साउंड है ना, आवाज है, किते कोई धीमी सही पर आवाज है। नार सर ते खैरा सर तो कहते हैं कि औरत बिना बोले भी इन्ना किरतियां दे राही बोलती है, पर यह समझ किसे किसे नूं आउंदा, ओह जिहड़ा इहनूं समझना चाहुंदा है। हुण अगला मसला कि लोकधारा जिहदे विच जिवें मैं तुहानूं एक दो ना उदाहरणां सुणाऊंगी कि सुनो कि औरत बारे लिखा गया लोक सियाणपां दे विच, एक बहन तां धरती कंबे, दो बहन तां आसमान, तीन बहन तां परलो आ जाए, कह गए चतर सुजान। ठीक है, इस तो बिना एक होर सी कि हाँ, अक दी ना खाइए कुंबली, सप दा ना खाइए मास, नार ना रखिए लाडली, उल्टा करे विनाश, नारा जती ना होइयां, कह गए वेद व्यास। हुण इस तरह के सिस्टम दे विच इस तरह दी लोक सियाणपां तुसीं मैं कह दिंदी कि नार सर दी तुसीं किताब पढ़ के देखो, लोक धरती प्यार करी दी है, इहदे च 95% मतलब जिहड़ी औरत है ਉਹਦੇ खिलाफ गल्लां ने। औरत दी आइडेंटिटी के औरत किदां दी हुंदी है ਉਹਨੂੰ जैस्चर किया गया ते जिहड़े ਉਹਦੇ गुण हाईलाइट किए गए ने ਉਹ ਇਹ है कि ਇਹ बिगड़दी बहुत छेती है, ਇਹ बेवफा हुंदी है, ਇਹਦਾ कोई किरदार नहीं हुंदा ते ਇਹਦਾ कोई स्टैंड नहीं हुंदा। ठीक है, तुसीं इहनूं जिधर नूं मर्जी तोड़ लो, मतलब ਇਹਦਾ दिमाग नहीं हुंदा, बस कलेश दी जड़ है। इस सिस्टम दे विच औरत अपनी गल किवें कहूगी, किस ढंग तरीके नाल कहूगी, तां उत्थे जदों असीं अगे देखदे हां कि औरत फिर जदों लोकधारा सिरजदी है ਉਹਦੇ ਚ भी यही भारू प्रवचन लागू होना शुरू हो जाता है, इंप्लीमेंट होना शुरू हो जाता है कि औरतां नूं लगदा है कि असीं ये गल किवें कहीए, है ना, असीं तां माड़ीआं पै जांगे, ओपनली तुसीं ये गल किवें कहोगे। लोकधारा दे विच एक वड्डा हिस्सा इस तरह का है जिहड़ा औरतां ने रचिया, औरतां ने गाया, औरतां ने अगे पहुंचाया अपनियां धीआं कोल, अपनियां बेटियां कोल, दोतियां कोल, पर वह एंटी वीमेन, वह औरत नूं चुप रहना, सहना ते सब कुछ बर्दाश्त करना सिखाउंदा है, ते औरत नूं सिखाउंदा है कि तू सिर्फ एक ऑब्जेक्ट है, तू सिर्फ एक वरती जाने वाली चीज है, ते अपने आप नूं वरतों दे योग बना। जे बहुत संखेप शब्दां च कहना होवे कि औरत नूं तैयार करती है औरत वरते जाण लई। वो कहंदी है कि वरतिया जाना की हुंदा है, ये उहनूं समझाया जाता है। पर इसे लोकधारा दे विच इस तरह का भी एक हिस्सा हैगा ते वो छोटा हिस्सा नहीं है ना, है दूसरे दे मुकाबले छोटा है, पर इन्ना भी छोटा नहीं है कि उहनूं असीं नज़रअंदाज कर दईए, जिहदे विच औरत ने खुल के अपनी गल रखी है, रिश्तियां नूं लैके, अपनियां भावनावां नूं लैके, अपनियां चॉइसेस नूं लैके, हर जिंदगी दे दृष्टिकोण जिहड़ा उहदे ते लद्दिया गया ਉਹਦੇ प्रतिरोध ਦੇ ਵਿੱਚ ਜਾ ਕੇ ਉਹਨੇ हर गल है जिहड़ी ਉਹ कही है। ਤਾਂ ਇੱਥੇ ਦੋ ਚੀਜ਼ਾਂ मैं दोबारा क्लीयर करदा कि औरत ने ਉਹ ਸਿਰਜਣਾ भी ਕੀਤੀ ਜਿਹੜੀ पैट्रियार्की ਦੇ पक्ष च भुगतदी है, क्योंकि ਉਹਦੇ ਕੋਲ ਕੋਈ ਰਾਹ नहीं है उस समय। क्यों नहीं है राह, ਇਹ ਤੇ ਆਪਾਂ मैं ਗਾਹਾਂ ਗੱਲ ਕਰੂੰਗੀ कि औरत ने वो गल भी की, पर जिहड़ी समझण वाली गल है हिस्टरी के पॉइंट ऑफ व्यू तो वो ये है कि औरत ने अपनी गल कही ते उन्हें जिस तरीके नाल गल कही, तुसीं मैं पढ़ के देखो, तुसीं हाँ एक गल कि तुसीं सिੱਠਣੀਆਂ पढ़ के देखो, सिੱਠਣੀਆਂ दे विच औरत तमाम तरीके नाल ऑब्जेक्टिफाई करती है दूसरी औरत नूं, ਉਹ ਲਾੜੇ ਦੀ ਨੂੰ, ਕੁੜੀ ਦੇ ਸਹੁਰਿਆਂ ਨੂੰ, ਜੰਜ ਨੂੰ, ਉਹਨਾਂ ਨੂੰ ਕੁਛ ਨਹੀਂ, एड्रैस वो मेल नूं कर रही है, पर जो ਉਹਦੇ ਤੇ कमेंट कर रही है वो फीमेल ते जा रहा है, ਤੇ ਉਹ ਗਾਲਾਂ ਹੀ ਨੇ, औरत ਵੱਲੋਂ ਦਿੱਤੀਆਂ ਗਈਆਂ ਗਾਲਾਂ ਨੇ ਜਿਹੜੀਆਂ ਔਰਤ ਨੂੰ ਹੀ ਦਿੱਤੀਆਂ ਗਈਆਂ ਨੇ। ਉਹ ਵੀ ਨਾਲ ਸਰ ਦੀ ਇੱਕ ਸਿੱਠਣੀਆਂ ਦੀ ਕਿਤਾਬ ਹੈ, ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਕਿ ਉਹਦੇ 'ਚ, ਤੇ ਤੁਸੀਂ ਹੈਰਾਨ ਹੋਵੋਗੇ ਕਿ ਉਹ ਸਿੱਠਣੀਆਂ ਬੰਦਿਆਂ ਦੇ ਸਾਹਮਣੇ ਦਿੱਤੀਆਂ ਜਾਂਦੀਆਂ ਸੀ, ਤੇ ਜਿਸ ਤਰ੍ਹਾਂ ਦੀ ਉੱਥੇ ਭਾਸ਼ਾ ਸੀਗੀ ਤੁਸੀਂ ਹੈਰਾਨ ਹੋਵੋਗੇ ਕਿ ਸਾਡੀਆਂ ਔਰਤਾਂ ਆਹ ਭਾਸ਼ਾ ਵੀ ਵਰਤਦੀਆਂ ਸੀ। ਸੋ ਇਸ ਤੋਂ ਅੱਗੇ कि लोक गीतां दे राहीं, लोक बोलियां दे राहीं औरतां ने अपनी गल है जिहड़ी ओह कहनी कही ते लगातार है जिहड़ी ओह कहंदियां रहियां। उन्होंने कहा कि पति किदां दा चाहीदा है ना, उन्होंने कहा कि कान, इत्थे गल समझे मैं जरूर थोड़ा इनू एक्सप्लोर करूंगी कि कान वर्गा पति चाहिदा, राम वर्गा पति चाहिदा,
ਪੂਰਨ ਵਰਗਾ ਪਤੀ ਚਾਹੀਦਾ। ਜੋਗੀ ਦਾ ਬਿੰਬ ਬਹੁਤ ਆਉਂਦਾ ਹੈ ਪੰਜਾਬੀ ਲੋਕਧਾਰਾ ਦੇ ਵਿੱਚ, ਤਾਂ ਜੋਗੀ ਵਰਗਾ ਚਾਹੀਦਾ, ਰਾਂਝੇ ਵਰਗਾ ਚਾਹੀਦਾ। ਪੁੰਨੂ ਦਾ ਵਿਛੋੜਾ ਤੇ ਪੁੰਨੂ ਨੂੰ ਐਜ਼ ਏ ਪਤੀ, ਹਸਬੈਂਡ, ਮਤਲਬ ਬਹੁਤ ਹੀ ਰੈਲਿਸ਼ ਕੀਤਾ ਗਿਆ ਲੋਕਧਾਰਾ ਦੇ ਵਿੱਚ। ਉਹਦੇ ਵਿਛੋੜੇ ਨੂੰ ਖਾਸ ਕਰਕੇ ਜਦੋਂ ਵੀ ਔਰਤ ਨੇ ਆਪਣੇ ਪਤੀ ਨਾਲ ਵਿਛੋੜੇ ਦੀ ਗੱਲ ਕਰਨੀ ਹੈ ਤਾਂ ਉਹ ਪੁੰਨੂ ਦੇ ਸਿੰਬਲ ਦੇ ਰਾਹੀਂ ਕਰਦੀ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਪਤੀ ਵਜੋਂ ਨਾ ਹੀ ਪ੍ਰੇਮੀ ਵਜੋਂ, ਕੱਲਾ ਪਤੀ ਨਹੀਂ, ਪਤੀ ਵਜੋਂ ਤੇ ਪ੍ਰੇਮੀ ਵਜੋਂ, ਦੋਨਾਂ ਵਜੋਂ ਹੀ ਮਿਰਜ਼ੇ ਦਾ ਸਿੰਬਲ ਮੈਨੂੰ ਨਹੀਂ ਮਿਲਿਆ। ਮੈਂ ਕਹਿੰਦੀ ਕਿਤੇ ਅਪਵਾਦ ਹੋ ਸਕਦਾ, ਕੋਈ ਕਦੀ ਚੀਜ਼ ਹੋਵੇ, ਪਰ ਮੇਰੇ ਕੋਲੇ ਜਿੰਨੇ ਸੋਰਸ ਸੀਗੇ ਉਹਨਾਂ ਵਿੱਚ ਔਰਤ ਨੇ ਮਿਰਜ਼ੇ ਬਾਰੇ ਕੋਈ ਕਮੈਂਟ ਨਹੀਂ ਕੀਤਾ, ਨਾ ਨੈਗੇਟਿਵ ਨਾ ਪੋਜ਼ਿਟਿਵ। ਉਹਨੇ ਟੋਟਲੀ ਇਗਨੋਰ ਕਰਤਾ ਮਿਰਜ਼ਾ। ਪਰ ਜਦੋਂ ਅਸੀਂ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ ਦੇਖਦੇ ਹਾਂ, ਮਲਵਈ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ, ਤਾਂ ਉਹਦੇ 'ਚ ਮਿਰਜ਼ਾ ਬਾਰ-ਬਾਰ ਆਉਂਦਾ, ਮਿਰਜ਼ਾ ਰੈਲਿਸ਼ ਹੁੰਦਾ। ਤਾਂ ਸਮਝਣ ਵਾਲੀ ਗੱਲ ਹੈ ਕਿ ਪਾਰਟਨਰ ਦੇ ਤੌਰ ਤੇ ਅੱਜ ਜਦੋਂ ਪੀਲੂ ਦਾ ਮਿਰਜ਼ਾ ਹੈ ਨਾ ਕਿ ਮੇਰੀ ਬੱਤੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ, ਇਹ ਜਿਹੜਾ ਹੈਗਾ ਕਿ ਮੇਰੀ ਹਵਾ ਵੱਲ ਕੋਈ ਨਹੀਂ ਝਾਕ ਸਕਦਾ, ਸੀ ਪੰਜਾਬੀ 'ਚ ਕਹਿੰਦੇ ਆ ਕਿ ਉਹ ਮੇਰੀ ਹਵਾ ਵੱਲ ਨਾ ਝਾਕਣ ਦਾ ਸਿੰਬਲ ਬੇਸਿਕਲੀ ਅਸੀਂ ਜੋੜਦੇ ਕਿ ਮੈਨੂੰ ਲੱਗਦਾ ਕਿ ਇਹ ਮਿਰਜ਼ੇ ਤੋਂ ਆਇਆ, ਕਿ ਮੇਰੀ ਮਸਕੂਲਿਨਿਟੀ ਵੱਲ ਕੋਈ, ਮੈਂ ਐਡਾ ਹੈਗਾ ਕਿ ਮੈਨੂੰ ਕੋਈ ਨਹੀਂ ਰੋਕ ਸਕਦਾ, ਹਨਾ। ਅੱਜ ਜਦੋਂ ਇਸ ਸਿੰਬਲ ਨੂੰ ਕਿ ਮੇਰੀ ਹਵਾ ਵੱਲ ਕੋਈ ਨਹੀਂ ਝਾਕ ਸਕਦਾ ਪੰਜਾਬੀ ਗੀਤ ਤੇ ਫਿਲਮ ਇੰਡਸਟਰੀ ਕਿਹੜਾ ਬੁਣ ਰਹੀ ਹੈ, ਬਾਰ-ਬਾਰ ਇੰਜੈਕਟ ਕਰ ਰਹੀ ਹੈ ਕੁੜੀਆਂ ਦੇ ਅੰਦਰ ਵੀ, ਤੇ ਕੁੜੀਆਂ ਵੀ ਗੀਤਕਾਰ ਹੀ ਲਿਖਣ ਲੱਗੀਆਂ, ਗਾਉਣ ਲੱਗੀਆਂ ਕਿ ਸਾਨੂੰ ਤਾਂ ਜੀ ਮੈਂ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਕੇ, ਮੈਂ ਬੈਲੀ ਨਾਲ ਮੰਗੀ ਹੋਈ ਆ। ਤਾਂ ਜਿਹੜਾ ਇਹ ਸਿੰਬਲ ਹੈ ਪਾਵਰ ਨਾਲ, ਹਨਾ, ਕਿ ਪਾਵਰਫੁਲ, ਲੋਕਧਾਰਾ ਦੇ ਵਿੱਚ ਤਾਂ ਔਰਤ ਇਸ ਤਰ੍ਹਾਂ ਦੇ ਕਿਸੇ ਮੇਲ ਨੂੰ ਗਲੋਰੀਫਾਈ ਨਹੀਂ ਕਰਦੀ, ਗੀਤਾਂ ਦੇ ਵਿੱਚ ਖਾਸ ਕਰਕੇ, ਹਨਾ। ਉਹ ਤਾਂ ਕਹਿੰਦੀ ਹੈ ਕਿ ਮੈਨੂੰ ਉਹ ਪਾਰਟਨਰ ਚਾਹੀਦਾ ਹੈ, ਮੈਨੂੰ ਉਹ ਸਾਥੀ ਚਾਹੀਦਾ ਹੈ ਜਿਹੜਾ ਮੇਰੀ ਗੱਲ ਸੁਣ ਸਕੇ ਤੇ ਮੈਨੂੰ ਸਪੇਸ ਦੇਵੇ। ਇਹ ਹੈਗੀ ਹੈ ਗੱਲ। ਮਤਲਬ ਰਾਂਝਾ ਇਸ ਕਰਕੇ ਜ਼ਿਆਦਾ, ਮੈਂ ਇਹਨੂੰ ਐਵੇਂ ਸਮਝਿਆ ਕਿ ਰਾਂਝਾ ਇਸ ਕਰਕੇ ਜ਼ਿਆਦਾ ਅਟਰੈਕਟ ਕਰਦਾ ਪੰਜਾਬ ਦੀ ਔਰਤ ਨੂੰ ਕਿ ਉਹਨੇ ਹੀਰ ਨੂੰ ਆਪਣੇ ਲਈ ਲੜਨ ਦਾ ਮੌਕਾ ਦਿੱਤਾ। ਮੈਂ ਰਾਂਝਾ ਜਿਹੜਾ ਲੜ ਨਹੀਂ ਸੀ ਸਕਦਾ, ਸਾਰੇ ਆਸ਼ਕ ਆਪਣੀਆਂ ਮਤਲਬ ਪ੍ਰੇਮਿਕਾਵਾਂ ਲਈ ਲੜੇ ਨੇ, ਕਿੰਨੀਆਂ ਸਾਡੇ ਕੋਲੇ ਸਟੋਰੀਆਂ ਹੈਗੀਆਂ ਨੇ, ਇਹ ਕਿੱਸੇ ਹੈਗੇ ਨੇ। ਪਰ ਹੀਰ ਹੈ ਜਿਹੜੀ ਕਾਜ਼ੀ ਨਾਲ, ਸੱਤਾ ਨਾਲ ਹੀਰ ਲੜਦੀ ਹੈ, ਤੇ ਰਾਂਝਾ ਦੇਖਦਾ ਤੇ ਉਹ ਕਹਿੰਦਾ ਵੀ ਓਕੇ ਠੀਕ ਆ, ਤੂੰ ਆਪਣਾ ਕੰਮ ਕਰ। ਇਹ ਜਿਹੜਾ ਆਪਣਾ ਕੰਮ ਕਰਨ ਦੇਣ ਦੀ ਸਪੇਸ ਹੈ ਕਿ ਔਰਤ ਵੀ ਕੁਝ ਕਹਿ ਸਕਦੀ ਆ, ਔਰਤ ਕੋਲ ਵੀ ਸਪੇਸ ਹੈ, ਉਹਦੇ ਕੋਲ ਵੀ ਦਿਮਾਗ ਹੈ ਵਰਤਣ ਦਾ, ਉਹ ਵੀ ਬੋਲਣ ਵੇਲੇ ਸੋਚਦੀ ਹੈ, ਉਹਦੇ ਕੋਲ ਵੀ ਆਪਣਾ ਤਰਕ ਹੈ, ਹਨਾ, ਗੱਲ ਕਰਨ ਦਾ। ਇਹ ਜਿਹੜੀ ਥਾਂ ਤੇ ਉਹਨਾਂ ਨੂੰ ਇਹ ਮਿਲਦਾ ਹਿਸਟੋਰੀਕਲੀ ਵਿਮਨ ਨੂੰ, ਉਹਨਾਂ ਸਿੰਬਲਸ ਨੂੰ ਬਾਰ-ਬਾਰ ਵਰਤਿਆ ਗਿਆ, ਬਾਰ-ਬਾਰ ਲੋਕ ਗੀਤ ਦੇ ਵਿੱਚ। ਪਰ ਅੱਜ ਦੇ ਗੀਤਕਾਰ ਕੀ ਕਰ ਰਹੇ ਨੇ, ਅੱਜ ਦੀ ਪੋਪੁਲਿਸਟਿਕ ਜਿਹੜੀ ਇੰਡਸਟਰੀ ਆ, ਪਪੂਲਰ ਇੰਡਸਟਰੀ ਆ, ਉਹ ਕੀ ਕਰ ਰਹੀ ਆ ਕਿ ਇਹਨਾਂ ਸਿੰਬਲਸ ਨੂੰ ਟਰਾਂਸਫਾਰਮ ਕਰ ਰਹੀ ਆ, ਇਹਨਾਂ ਸਿੰਬਲਸ ਨੂੰ ਵਰਤ ਰਹੀ ਆ ਉਹ ਆਪਣੇ ਮੁਨਾਫੇ ਦੇ ਲਈ ਬਦਲ ਕੇ। ਤਾਂ ਜਦੋਂ ਫੋਕਲੋਰ ਦੀ ਸਟੱਡੀ ਕਰਦੇ ਨੇ ਨਾਰੀਵਾਦੀ, ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਅਕਸਰ ਔਰਤ ਦੀ ਆਵਾਜ਼ ਨਾਲ ਕੀ ਹੁੰਦਾ ਹੈ ਕਿ ਔਰਤ ਦੇ ਮਟੀਰੀਅਲ ਨੂੰ ਜੋ ਉਹ ਪੈਦਾ ਕਰਦੀ ਹੈ, ਉਹਦੀ ਕ੍ਰੀਏਸ਼ਨ ਨੂੰ ਤੇ ਉਹਦੀ ਆਵਾਜ਼ ਨੂੰ ਇਸ ਤਰੀਕੇ ਨਾਲ ਮੋਲਡ ਕਰ ਦਿੱਤਾ ਜਾਂਦਾ, ਇਸ ਤਰੀਕੇ ਨਾਲ ਬਦਲ ਦਿੱਤਾ ਜਾਂਦਾ ਹੈ ਕਿ ਉਹ ਪੈਟਰੀਆਰਕੀ ਦੇ ਪੱਖ 'ਚ ਭੁਗਤ ਜਾਂਦੀ ਹੈ ਅਲਟੀਮੇਟਲੀ। ਜਿਵੇਂ ਅਸੀਂ ਪਹਿਲਾਂ ਕਿਹਾ ਕਿ ਲੋਕਧਾਰਾ ਨਾਲ ਵੀ ਵਾਪਰਿਆ ਇਨ ਜਨਰਲ, ਫਿਰ ਫੀਮੇਲ ਤੇ ਦਮਿਤ ਲੋਕਧਾਰਾ ਨਾਲ ਵੀ ਇਹ ਜਿਹੜਾ ਹੈਗਾ ਉਹ ਵਾਪਰਿਆ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਪ੍ਰਤੀਰੋਧੀ ਆਵਾਜ਼ ਕਿੱਥੇ ਕਿੱਥੇ ਹੈ, ਸਾਥੀ ਦੀ ਚੋਣ ਆਪਾਂ ਗੱਲ ਕੀਤੀ ਕਿ ਉਹਨੇ ਸਾਥੀ ਕਿਸ ਤਰ੍ਹਾਂ ਦਾ ਚਾਹੀਦਾ, ਪਹਿਲਾਂ ਤਾਂ ਉਹ ਇਹ ਦੱਸਦੀ ਹੈ ਤੇ ਕੋਈ ਵਿਰੋਧ ਚਾਹ ਕੇ ਨਹੀਂ ਦੱਸਦੀ, ਉਹ ਸਿਰਫ ਆਪਣੀ ਮਰਜ਼ੀ ਦੱਸਦੀ ਹੈ ਗੀਤਾਂ ਦੇ ਰਾਹੀਂ, ਸੁਹਾਗ ਦੇ ਰਾਹੀਂ ਕਿ ਕਿਸ ਤਰ੍ਹਾਂ ਦਾ ਪਤੀ ਚਾਹੀਦਾ, ਬਹੁਤ ਨਾਰਮਲ ਵੇ ਦੇ ਨਾਲ ਉਹ ਆਪਣੇ ਘਰਦਿਆਂ ਨੂੰ ਦੱਸਦੀ ਹੈ। ਪਰ ਫਿਰ ਕੀ ਕਹਿੰਦੀ ਹੈ ਕਿ ਕਿੱਥੇ ਹੋਣਾ ਚਾਹੀਦਾ, ਜਿਵੇਂ ਉਹ ਕਹਿੰਦੀ ਹੈ ਕਿ ਪਹਾੜ 'ਚ ਨਹੀਂ ਘਰ ਹੋਣਾ ਚਾਹੀਦਾ। ਮਾਝੇ ਦੇ ਜਿਹੜੇ ਲੋਕ ਗੀਤ ਨੇ ਜਾਂ ਮੇਰੇ ਕੋਲ ਜਿਹੜੇ ਲੋਕ ਗੀਤ ਨੇ ਉਹਦੇ 'ਚ ਔਰਤ ਕਹਿੰਦੀ ਹੈ ਕਿ ਪਹਾੜ ਨਾ ਵਿਆਹੀ, ਉੱਥੇ ਪਹਾੜ ਵਿੱਚ ਨਾ ਵਿਆਹੀ ਮੇਰੀ ਮਾਂ, ਉੱਥੇ ਜੰਗਲ ਦੇਸ਼ ਨਾ ਵਿਆਹੀ ਮੇਰੀ ਮਾਂ, ਉੱਥੇ ਪਾਣੀ ਦਾ ਸਤੀਹਾ, ਮੈਨੂੰ ਸ਼ਬਦ ਭੁੱਲ ਰਿਹਾ, ਬੋਲੇ ਜੰਗਲ ਦਾ ਪਪੀਹਾ, ਹਨਾ, ਕਿ ਮੈਨੂੰ ਤੁਸੀਂ ਜੰਗਲ 'ਚ ਨਾ ਵਿਆਹਿਓ, ਮੈਨੂੰ ਪਹਾੜੀ ਇਲਾਕੇ 'ਚ ਨਾ ਵਿਆਹਿਓ, ਤੇ ਮੈਨੂੰ ਦੁਆਬੇ 'ਚ ਨਾ। ਉਹ ਕਹਿੰਦੇ ਨੇ ਕਿ ਪਹਿਲਾਂ
ਦੁਆਬੇ ਜਾ ਕੇ ਲਾਲੀ ਚੱਕੀ, ਕਿ ਮੈਨੂੰ ਉਹਨਾਂ ਥਾਵਾਂ ਤੇ ਨਾ ਵਿਆਹੋ ਜਿਹੜੀ ਮੇਰੇ ਘਰ ਵਰਗੀ ਤੇ ਮੇਰੇ ਦੇਸ਼ ਵਰਗੀ ਥਾਂ ਨਹੀਂ ਹੈਗੀ। ਮੈਨੂੰ ਇਸੇ ਕੰਫਰਟ ਮਾਹੌਲ ਦੇ ਵਿੱਚ ਕਿਤੇ ਨੇੜੇ ਤੇੜੇ ਵਿਆਹ ਦਿਓ ਜਿੱਥੋਂ ਮੈਂ ਆ ਜਾਵਾਂ, ਹਨਾ। ਦੂਰਾਂ ਸਾਨੂੰ ਦੂਰ ਨਾ, ਇੱਕੋ ਧੀਆਂ ਦੀ ਬੇਨਤੀ, ਸਾਨੂੰ ਦੂਰ ਨਾ ਵਿਆਹਿਓ, ਦੂਰਾਂ ਦੇ ਦਰਸ਼ਨ ਦੂਰ ਦੇ ਜੀ, ਸਾਥੋਂ ਮਿਲਿਆ ਨਾ ਜਾਵੇ। ਉਹ ਕਹਿੰਦੇ ਕਿ ਪਹਿਲੀ ਗੱਲ ਮੈਂ ਉੱਥੋਂ ਮਿਲਣ ਨਹੀਂ ਆ ਸਕਦੀ, ਦੂਜੀ ਗੱਲ ਜਿਹੜੀ ਮੈਨੂੰ ਸਮਝ ਆਉਂਦੀ ਹੈ ਕਿ ਉਹ ਇੱਕ ਕੰਫਰਟ ਵੀ ਚਾਹੁੰਦੀ ਹੈ ਕਿ ਮੈਨੂੰ ਅਜਿਹੀ ਜਿਹੀ ਥਾਂ ਤੇ ਨਾ ਭੇਜ ਦਿਓ ਜੋ ਮੈਂ ਸਾਰੀ ਜ਼ਿੰਦਗੀ ਨਹੀਂ ਕੀਤਾ, ਕਿਉਂਕਿ ਉੱਥੇ ਜਾ ਕੇ ਐਡਜਸਟ ਕਰਨਾ ਉਹਦੇ ਲਈ ਫਿਰ ਬਹੁਤ ਔਖਾ ਹੈ। ਇਸ ਤੋਂ ਅੱਗੇ ਦੂਰ, ਜਿਵੇਂ ਮੈਂ ਕਹੀ ਦਿੱਤਾ ਕਿ ਦੂਰੀ ਨਹੀਂ ਹੋਣੀ ਚਾਹੀਦੀ ਮੇਰੇ ਸਹੁਰਿਆਂ ਦੀ, ਇਹਨੂੰ ਬੜੇ ਆਰਾਮ ਨਾਲ ਜਿਹੜਾ ਹੈਗਾ ਉਹ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਦੱਸਦੀ ਹੈ। ਪਰ ਇਸ ਤੋਂ ਅੱਗੇ ਉਹਦੇ ਜ਼ਿੰਦਗੀ ਪ੍ਰਤੀ ਕੀ ਸੁਪਨੇ ਨੇ, ਉਹ ਪੂਰੀ ਐਕਸਟੈਂਸ਼ਨ ਹੈ। ਮੈਂ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਕੁੜੀਆਂ ਇੰਨੀ ਐਕਸਟੈਂਸ਼ਨ ਦੇ ਵਿੱਚ ਗੱਲ ਹੀ ਨਹੀਂ ਕਰਦੀਆਂ। ਕੁੜੀਆਂ ਦੱਸਦੀਆਂ ਹੀ ਨਹੀਂ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਿੰਨੀ ਰੇਂਜ ਹੈ, ਕਿ ਉਹ ਕੀ ਉੱਥੇ ਕੀ ਚਾਹੁੰਦੀਆਂ ਨੇ। ਫੋਕਲੋਰ ਦੇ ਵਿੱਚ ਔਰਤ ਨੇ ਹਰ ਥਾਂ ਦੇ ਉੱਤੇ ਮਤਲਬ ਆਪਣਾ ਅਲਟਰਨੇਟ ਦਿੱਤਾ, ਇਨਪੁਟ ਪਾਇਆ। ਕਈ ਥਾਵਾਂ ਤੇ ਉਹ ਮਰਦ ਪੈਟਰੀਆਰਕੀ ਦੇ ਉਹਦੇ ਤੇ ਚਲੀ ਜਾਂਦੀ ਹੈ, ਪਰ ਉਸ ਥਾਂ ਦੇ ਉੱਤੇ ਪਹੁੰਚਣਾ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਰਾਤਾਂ ਨੂੰ ਕਲੇਮ ਕਰਨਾ, ਹਨਾ, ਉਸ ਆਰਟ ਫਾਰਮ ਨੂੰ, ਉਸ ਫਾਰਮ ਨੂੰ, ਲੋਕਧਾਰਾ ਦੀ ਨੂੰ ਕਲੇਮ ਕਰਨਾ ਵੀ ਇੱਕ ਵੱਡੀ ਗੱਲ ਹੈ। ਉਹਨਾਂ ਨੇ ਉਹਨਾਂ ਨੂੰ ਕਲੇਮ ਕਰਿਆ, ਉੱਥੇ ਜਾ ਕੇ ਆਪਣੀ ਰਚਨਾ ਕੀਤੀ, ਤੇ ਜਦੋਂ ਉਹਨਾਂ ਨੂੰ ਲੱਗਿਆ ਉਹਨਾਂ ਨੇ ਉਸ ਰਚਨਾ ਦੇ ਵਿੱਚ ਆਪਣਾ ਫੈਮਿਨਿਸਟ ਪੁਆਇੰਟ ਆਫ ਵਿਊ ਵੀ ਪਾਤਾ। ਤੇ ਫੈਮਿਨਿਸਟ ਪੁਆਇੰਟ ਆਫ ਵਿਊ ਪੱਛਮ ਤੋਂ ਨਹੀਂ ਆਇਆ, ਮੱਧਕਾਲ ਦੇ ਵਿੱਚ ਮੱਧਕਾਲ ਦੀਆਂ ਔਰਤਾਂ ਦਾ ਫੈਮਿਨਿਸਟ ਵਿਊ, ਉਹਨਾਂ ਦੀ ਦੇਹ ਚੋਂ ਨਿਕਲਿਆ ਹੈ ਫੈਮਿਨਿਸਟ ਵਿਊ ਆ, ਜਿਹੜਾ ਉਹਨਾਂ ਨੂੰ ਫੀਲ ਹੁੰਦਾ ਸੀ ਤੇ ਉਹ ਕਹਿਣਾ ਚਾਹੁੰਦੀਆਂ ਸੀ। ਅੱਜ ਵੀ ਵੈਸੇ ਇਹੀ ਆ ਸਾਡੇ ਕੋਲੇ। ਗੱਲ ਕਹਿਣ ਦੇ ਤਰੀਕੇ ਜਿਹੜੇ ਲੋਕਾਂ ਨੂੰ ਲੱਗਦਾ ਕਿ ਔਰਤਾਂ ਕੋਲ ਦਿਮਾਗ ਨਹੀਂ, ਔਰਤਾਂ ਪੜ੍ਹਦੀਆਂ ਨਹੀਂ, ਔਰਤਾਂ ਨੂੰ ਗੱਲ ਨਹੀਂ ਕਹਿਣੀ ਆਉਂਦੀ, ਉਹ ਉਹਨਾਂ ਨੂੰ ਸਾਬਤ ਕਰਨ ਦੇ ਲਈ ਕਿ ਨਹੀਂ ਭਾਈ ਕੁੜੀਆਂ ਪੜ੍ਹਦੀਆਂ, ਕੁੜੀਆਂ ਨੂੰ ਗੱਲ ਵੀ ਕਹਿਣੀ ਆਉਂਦੀ ਆ, ਤੇ ਕੁੜੀਆਂ ਕੋਟ ਵੀ ਕਰ ਸਕਦੀਆਂ ਨੇ, ਨਾਂ ਲੈਣੇ ਪੈਂਦੇ ਨੇ। ਪਰ ਫੈਮਿਨਿਜ਼ਮ ਅੱਜ ਵੀ ਕੁੜੀਆਂ ਦੀ ਦੇਹ ਦੇ ਵਿੱਚੋਂ ਹੀ ਗੁਜ਼ਰ ਕੇ ਜਾ ਰਿਹਾ। ਅੱਜ ਵੀ ਕੁੜੀਆਂ ਫੈਮਿਨਿਜ਼ਮ ਬਾਰੇ ਜਾਂ ਆਪਣੇ ਹੱਕਾਂ ਬਾਰੇ ਆਪ ਹੀ ਗੱਲ ਕਰਦੀਆਂ ਨੇ। ਸੋ ਉਹ ਜਿਸ ਤਰ੍ਹਾਂ ਨਾਲ ਇੰਨੀ ਐਕਸਟੈਂਸ਼ਨ ਦੇ ਵਿੱਚ ਕਿ ਰੰਗ ਤੱਕ ਔਰਤਾਂ ਨੇ ਆਪਣੀ ਚੋਇਸ ਦੇ ਦੱਸੇ ਨੇ, ਠੀਕ ਹੈ, ਸਿਰ ਦੇ ਡਿਜ਼ਾਈਨ ਤੱਕ ਦੱਸੇ ਨੇ ਕਿ ਕਿਹੜਾ ਸਿਰ ਦਾ ਡਿਜ਼ਾਈਨ ਵਧੀਆ ਹੁੰਦਾ, ਤੇ ਉਹਨਾਂ ਨੇ ਕਿਹੜਾ ਕੱਪੜਾ ਵਧੀਆ ਹੁੰਦਾ, ਕਿਹੜਾ ਕੱਪੜਾ ਨਹੀਂ ਪਾਉਣਾ, ਘਰ ਦੇ ਵਿੱਚ ਕਿਹੜਾ ਰਿਸ਼ਤਾ ਜ਼ਿਆਦਾ ਇੰਪੋਰਟੈਂਟ ਆ, ਕਿਹੜੇ ਰਿਸ਼ਤੇ ਨੂੰ ਕਿਵੇਂ ਸੰਭਾਲਣਾ, ਕਿਹੜੇ ਰਿਸ਼ਤੇ ਨੂੰ ਕਿਵੇਂ ਸੰਭਾਲਣਾ। ਤੇ ਜਦੋਂ ਰਿਸ਼ਤਾ ਆਪਣੀ ਹੱਦ ਲੰਘ ਰਿਹਾ ਹੈ, ਜਿਵੇਂ ਆਪਣੇ ਮੰਨਿਆ ਜਾਂਦਾ ਕਿ ਦਿਓਰ ਜਾਂ ਜੇਠ ਮਜ਼ਾਕੀਆ ਰਿਸ਼ਤਾ ਹੈ, ਕਰ ਸਕਦੇ ਨੇ ਮਜ਼ਾਕ, ਪਰ ਜਦੋਂ ਉਹ ਆਪਣੀ ਲਿਮਿਟ ਕ੍ਰਾਸ ਕਰਨ ਲੱਗਦੇ ਨੇ ਤਾਂ ਔਰਤ ਉਹਨਾਂ ਨਾਲ ਕਿਵੇਂ ਸਿੱਝਦੀ ਆ ਤੇ ਕਿਵੇਂ ਸਿੱਝਿਆ ਜਾਣਾ ਚਾਹੀਦਾ, ਉਹ ਜਿਸ ਤਰ੍ਹਾਂ ਸਮਝਾਉਂਦੀ ਆ। ਇਹ ਇੰਨੀ ਵਾਈਡ ਰੇਂਜ ਆ ਔਰਤ ਦੇ ਐਕਸਪ੍ਰੈਸ਼ਨ ਦੀ ਫੋਕਲੋਰ ਦੇ ਵਿੱਚ ਕਿ ਅੱਜ ਹੈਰਾਨੀ ਹੁੰਦੀ ਹੈ ਕਿ ਸਾਡੀਆਂ ਕੁੜੀਆਂ ਇਹ ਗੱਲ ਕਰਨੀ ਕਿਵੇਂ ਭੁੱਲ ਗਈਆਂ। ਉਸ ਰੇਂਜ ਦੇ ਵਿੱਚ ਸਾਡੀਆਂ ਕੁੜੀਆਂ ਗੱਲ ਕਿਉਂ ਨਹੀਂ ਕਰਦੀਆਂ। ਇਸ ਤੋਂ ਅੱਗੇ ਪਤੀ ਪਤਨੀ ਦਾ ਰਿਸ਼ਤਾ, ਤੁਸੀਂ ਸੋਚੋ ਕਿ ਮੈਂ ਇੱਕ ਉਦਾਹਰਨ ਕੱਢੀ ਸੀ, ਜਿਨ੍ਹਾਂ ਨੂੰ ਲੱਗਦਾ ਕਿ ਅੱਜ ਕੁੜੀਆਂ ਬਹੁਤ ਕੀ ਕਹਿੰਦੇ ਆ ਕਿ ਕੰਪੀਟੀਸ਼ਨਸ ਤੇ ਬਹੁਤ ਜੈਲਸੀ ਫੈਕਟਰ ਦੇ ਵਿੱਚ ਆ ਕੇ ਬਰਾਬਰੀ ਕਰਦੀਆਂ ਨੇ, ਉਹਨਾਂ ਲਈ ਹੈ ਕਿ ਕੁੜੀ ਲਿਖਦੀ ਹੈ, ਜੇ ਤੂੰ ਫੁੱਲ ਗੁਲਾਬ ਦਾ ਮੈਂ ਵੀ ਚੰਬੇ ਦੀ ਕਲੀ ਵੇ, ਜੇ ਤੂੰ ਪਲੰਗ ਨ ਮਾਰਦਾ ਮੈਂ ਵੀ ਰੇਸ਼ਮ ਦੀ ਦਰੀ ਵੇ, ਜੇ ਤੂੰ ਦੁੱਧ ਗਲਾਸ ਦਾ ਮੈਂ ਮਿਸ਼ਰੀ ਦੀ ਡਲੀ ਵੇ, ਜੇ ਤੂੰ ਗੰਨਾ ਕਮਾਦ ਦਾ ਮੈਂ ਵੀ ਖੋਪੇ ਦੀ ਗਿਰੀ ਵੇ। ਹੁਣ ਉਹ ਕਹਿ ਰਹੀ ਹੈ ਕਿ ਠੀਕ ਆ ਮਾਈ ਆ, ਤੂੰ ਆਪਣੀ ਥਾਂ ਤੇ ਓਕੇ ਆ, ਪਰ ਮੈਨੂੰ ਤੇਰੇ ਨਾਲ ਵੀ ਪ੍ਰੋਬਲਮ ਨਹੀਂ, ਪਰ ਮੈਨੂੰ ਘੱਟ ਨਾ ਜਾਣੀ, ਮੈਂ ਵੀ ਘੱਟ ਨਹੀਂ ਹੈਗੀ। ਉਹਨੇ ਜਿਸ ਤਰੀਕੇ ਨਾਲ ਮਤਲਬ ਗੰਨੇ ਨਾਲ ਖੋਪੇ ਦੀ ਗਿਰੀ ਤੇ ਦੁੱਧ ਦੇ ਗਲਾਸ ਨਾਲ ਮਿਸ਼ਰੀ, ਜਿਹੜਾ ਇਹਦਾ ਮੇਲ ਹੈ ਵੈਸੇ, ਪਰ ਜਿਹੜਾ ਇਹਦਾ ਕੰਟਰਾਸਟ ਹੈ ਮਿਸ਼ਰੀ ਦਾ ਤੇ ਦੁੱਧ ਦਾ, ਬਰਾਬਰੀ ਦਾ ਇੱਕ, ਹਨਾ, ਕਿ ਇਹ ਕਿਸ ਤਰੀਕੇ ਨਾਲ ਉਹ ਇਹਨੂੰ ਕਿਹੜਾ ਐਕਸਪੀਰੀਅੰਸ ਹੋਊਗਾ ਤੇ ਉਹ ਕਿੰਨੀਆਂ ਕੌਨਸ਼ੀਅਸ ਹੋਣਗੀਆਂ ਸਾਰੀਆਂ ਗੱਲਾਂ ਨੂੰ ਕਰਨ ਵੇਲੇ, ਇਹ ਭਾਸ਼ਾ ਨੂੰ ਕਿਵੇਂ ਚੁਣਦੀਆਂ ਹੋਣਗੀਆਂ, ਤੇ ਇਸ ਭਾਸ਼ਾ ਨਾਲ ਉਹਨਾਂ ਦਾ ਕਿੰਨਾ ਜਿਉਂਦਾ ਰਿਸ਼ਤਾ ਹੋਊਗਾ। ਜਦੋਂ ਅੱਜ ਮਤਲਬ ਫੋਕਲੋਰ ਫੈਮਿਨਿਸਟ ਕਹਿੰਦੇ ਨੇ ਕਿ ਔਰਤ ਦੀ ਆਪਣੀ ਭਾਸ਼ਾ ਹੋਣੀ ਚਾਹੀਦੀ ਹੈ, ਤਾਂ ਉਦੋਂ ਜਦੋਂ ਪੈਟਰੀਆਰਕੀ ਇੰਨੀ ਮਜ਼ਬੂਤ ਹੈ, ਇਸ ਮਜ਼ਬੂਤੀ ਦੇ ਵਿੱਚ ਵੀ ਔਰਤ ਆਪਣੀ ਭਾਸ਼ਾ ਨੂੰ, ਆਪਣੇ ਪੱਖ ਨੂੰ ਕਲੀਅਰ ਕਰਨ ਦੇ ਲਈ ਜਿਸ ਤਰ੍ਹਾਂ ਭਾਸ਼ਾ ਦਾ ਇਸਤੇਮਾਲ ਕਰਦੀ ਹੈ, ਇਹ ਬਹੁਤ ਹੀ ਇੰਟਰਸਟਿੰਗ ਚੀਜ਼ ਹੈ। ਇੱਕ ਹੋਰ ਤੁਹਾਨੂੰ ਚਲੋ ਲੋਕ ਗੀਤ ਸੁਣਾ ਦਿੰਦੀ ਆ ਕਿ ਜਦੋਂ ਉਹ ਕਹਿੰਦੀ ਹੈ ਕਿ ਔਰਤ ਨੂੰ ਜਦੋਂ ਮੂਰਖ ਸਾਬਤ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਘਰ ਵਾਲੇ ਨੂੰ ਜਦੋਂ ਕਹਿੰਦੀ ਹੈ, ਇੱਕ ਮੇਰੀ ਵੈਰਨ ਜ਼ਾਲਮਾ ਵੇ ਮੇਰੀ ਭੂਆ, ਜਿਹਨੇ ਤੇਰੀ ਮੂਰਖ ਦੀ ਦੱਸ ਪਾਈ ਵੇ, ਇੱਕ ਮੇਰਾ ਬੈਰੀ ਜ਼ਾਲਮਾ ਵੇ ਸਾਡਾ ਨਾਈ, ਜਿਹਨੇ ਤੇਰੀ ਮੂਰਖ ਦੀ ਸ਼ੱਕਰ ਵੰਡਾਈ ਵੇ,
ਇੱਕ ਮੇਰਾ ਵੈਰੀ ਜ਼ਾਲਮਾ ਵੇ ਮੇਰਾ ਬਾਪੂ ਜਿਹਨੇ ਪਹਿਲੀ ਲਾਮ ਪੜਾਈ ਵੇ। ਫਿਰ ਉਹ ਅੱਗੇ ਤਿੰਨ ਕਹਿੰਦੀ ਆ, ਚਾਚਾ ਮਾਮਾ ਤੇ ਬ੍ਰਦਰ ਕੇ 4 ਲਾਮਾਂ ਉਹਨਾਂ ਨੇ ਸਾਰਿਆਂ ਨੇ ਪੜਾਤੀਆਂ। ਲਾਸਟ ਤੇ ਦੇਖੋ, ਲਾਸਟ ਤੇ ਉਹ ਕਹਿੰਦੀ ਆ, ਇੱਕ ਮੇਰਾ ਵੈਰੀ ਜ਼ਾਲਮਾ ਵੇ ਮੇਰਾ ਮਾਮਾ ਜਿਹਨੇ ਚੁੱਕ ਕੇ ਗੱਡੀ ਵਿੱਚ ਪਾਈ ਵੇ। ਮਤਲਬ ਤੂੰ ਮੂਰਖ ਇਸ ਕਰਕੇ ਸਹੇੜਿਆ ਗਿਆ ਕਿਉਂਕਿ ਉਹਨਾਂ ਦੀ ਚੁਆਇਸ ਸੀ। ਜੇ ਮੇਰੀ ਚੁਆਇਸ ਹੁੰਦੀ ਸ਼ਾਇਦ ਮੈਂ ਤੈਨੂੰ ਨਾ ਚੁਣਦੀ। ਜੋ ਸ਼ਿਕਾਇਤ ਕਿਹਨੂੰ ਕਰ ਰਹੀ ਹੈ? ਸਾਰਿਆਂ ਨੂੰ। ਕਿ ਅੱਜ ਕੁੜੀ ਕਹਿ ਸਕਦੀ ਹੈ, ਆਪਣੇ ਹਸਬੈਂਡ ਨਾਲ ਬੈਠ ਕੇ ਡਾਇਲੌਗ ਕਰ ਸਕਦੀ ਹੈ ਕਿ ਤੂੰ ਮੂਰਖ ਆ ਯਾਰ, ਮੈਂ ਨਹੀਂ ਤੇਰੇ ਨਾਲ ਰਹਿ ਸਕਦੀ ਜਾਂ ਰਹਿਣਾ ਚਾਹੁੰਦੀ ਪਰ ਰਹਿਣਾ ਪੈ ਰਿਹਾ। ਠੀਕ ਹੈ, ਤਾਂ ਇਹ ਇਸ ਤਰ੍ਹਾਂ ਦੇ ਮਤਲਬ ਇਹ ਭਾਸ਼ਾ ਕਿ ਔਰਤ ਇਹ ਗੱਲ ਕਹਿੰਦੀ ਆ, ਉਹ ਠੀਕ ਹੈ ਕਿ ਉਹਨੇ ਇਹ ਡਾਇਰੈਕਟ ਆਪਣੇ ਪਤੀ ਨੂੰ ਨਹੀਂ ਕਹਿਣਾ, ਉਹਨੇ ਇਹ ਕੁੜੀਆਂ ਦੇ ਵਿੱਚ ਇੱਕ ਸਰਕਲ ਦੇ ਵਿੱਚ ਕਹਿਣਾ ਹੈ। ਪਰ ਇਹ ਡਿਸਕੋਰਸ ਹੈ, ਇਹ ਡਿਸਕੋਰਸ ਐਗਜ਼ਿਸਟ ਕਰਦਾ ਹੈ ਕਿ ਮੇਰੇ ਨਾਲ ਠੀਕ ਨਹੀਂ ਹੋਇਆ। ਇਸੇ ਤਰ੍ਹਾਂ ਜਿਵੇਂ ਮੈਂ ਕਿਹਾ ਕਿ ਉਹ ਕਹਿੰਦੀ ਹੈ ਕਿ ਸੁੱਤੀ ਪਈ ਦੇ ਸਰਾਣੇ ਵਿੱਚ ਬੰਨ ਕੇ 500 ਗਣੇ ਵਾਲੇ ਮਾਪਿਆਂ ਕਿ ਮੇਰੇ ਮਾਪਿਓ ਨੇ ਪੈਸੇ ਵੱਟੇ ਮੇਰਾ ਸਾਥ ਕੀਤਾ ਤੇ ਉਹਨਾਂ ਨੇ ਮੇਰਾ ਹਾਣ ਨਹੀਂ ਲੱਭਿਆ। ਜਾਂ ਉਹ ਕਹਿੰਦੀਆਂ ਨੇ ਕਿ ਘਰ ਨਹੀਂ ਵੇਂਦੀਆਂ, ਦਰ ਨਹੀਂ ਵੇਂਦੀਆਂ, ਬਦਲੇ ਖੋਰੀਆਂ ਮਾਵਾਂ ਨਿੱਕੇ ਜੇ ਮੁੰਡੇ ਨਾਲ ਵਿਆਹ ਕਰ ਦਿੰਦੀਆਂ, ਦੇ ਕੇ 4 ਕਲਾਮਾਂ ਕੰਤ ਨਿਆਣੇ ਦੇ ਕਿਹਨੂੰ ਦੁੱਖ ਸੁਣਾਵਾਂ। ਦਹਾਜੂ ਦੇ ਬਾਰੇ, ਨਿਆਣੇ ਕੰਥ ਬਾਰੇ, ਉਮਰਾਂ ਕੈਦਾਂ ਉਮਰ ਦੀਆਂ ਕੰਥ ਜਿਨ੍ਹਾਂ ਦੇ ਨਿਆਣੇ ਹਨ, ਤਾਂ ਦਹਾਜੂ ਬਾਰੇ, ਨਿਆਣੇ ਕੰਥ ਬਾਰੇ, ਲੰਮੇ ਬਾਰੇ, ਲੰਮਿਆਂ ਵੇ ਤੈਨੂੰ ਕਰ ਲਾ ਮੇਚਦਾ, ਤੇ ਕਾਲੇ ਬਾਰੇ, ਈਵਨ ਕਿ ਮੋਟੇ ਬਾਰੇ। ਠੀਕ ਹੈ, ਹਰ ਤਰ੍ਹਾਂ ਦੇ ਉਹ ਆਪ ਕਹਿੰਦੀਆਂ ਨੇ ਕਿ ਮੈਨੂੰ ਬਾਰੇ ਇਦਾਂ ਦਾ ਚਾਹੀਦਾ। ਸਿਰਫ ਮੈਨੂੰ ਇੱਕ ਚੀਜ਼ ਦੀ ਐਕਸੈਪਸ਼ਨ ਨਹੀਂ ਮਿਲੀ, ਹਰ ਚੀਜ਼ ਦਾ ਉਹਨਾਂ ਕੋਲੇ ਕੰਟਰਾਸਟ ਚ ਔਰਤ ਰਿਜੈਕਟ ਕਰਦੀ ਹੈ ਕਿ ਮੈਨੂੰ ਆਪਦੇ ਤੋਂ ਲੰਬਾ ਵੀ ਨਹੀਂ ਚਾਹੀਦਾ, ਮੈਨੂੰ ਆਪਦੇ ਤੋਂ ਮਧਰਾ ਵੀ ਨਹੀਂ ਚਾਹੀਦਾ, ਮਤਲਬ ਬਰਾਬਰ ਦਾ ਚਾਹੀਦਾ। ਮੈਨੂੰ ਆਪਦੇ ਤੋਂ ਅਮੀਰ ਵੀ ਨਹੀਂ ਚਾਹੀਦਾ, ਗਰੀਬ ਵੀ ਨਹੀਂ ਚਾਹੀਦਾ, ਮਤਲਬ ਕਿ ਬਰਾਬਰ ਦਾ ਚਾਹੀਦਾ। ਠੀਕ ਹੈ, ਸਿਆਣਾ ਵੀ ਨਹੀਂ ਚਾਹੀਦਾ, ਮੂਰਖ ਵੀ ਨਹੀਂ ਚਾਹੀਦਾ, ਬਰਾਬਰ ਦਾ ਚਾਹੀਦਾ। ਪਰ ਇੱਕ ਥਾਂ ਹੈ ਜਿਹੜੀ ਤੇ ਮੈਨੂੰ ਕੰਟਰਾਸਟ ਨਹੀਂ ਮਿਲਿਆ, ਉਹ ਹੈ ਗੋਰਾ, ਕਿ ਗੋਰਾ ਮਾਹੀ। ਉਹ ਕਹਿੰਦੀ ਹੈ ਕਿ ਜਦੋਂ ਵੀ ਗੱਲ ਆਊਗੀ ਗੋਰੇ ਦੀ ਤਾਂ ਕਹਿੰਦੀ ਹੈ ਕਿ ਉਹ ਰੌਸ਼ਨੀ ਕਰ ਦਿੰਦਾ। ਗੋਰਾ ਜਦੋਂ ਵਿਹੜੇ ਵੜਦਾ ਜਾਂ ਘਰ ਵੜਦਾ ਰੌਸ਼ਨੀ ਕਰ ਦਿੰਦਾ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਔਰਤ ਗੋਰੇ ਰੰਗ ਨੂੰ ਮਤਲਬ ਹਰ ਤਰੀਕੇ ਨਾਲ ਉਹਦੇ ਪ੍ਰਤੀ ਕੀ ਕਹਾਂਗੇ ਆਪਾਂ ਕਿ ਬਾਇਸ ਹੈ ਨਾ ਪਤੀ ਲੋਕਧਾਰਾ ਦੇ ਵਿੱਚ, ਕਿ ਇਹਦਾ ਕੋਈ ਕੰਟਰਾਸਟ ਨਹੀਂ ਮਿਲਦਾ। ਪਰ ਬਾਕੀ ਸਾਰੇ ਤਰੀਕਿਆਂ ਨਾਲ ਉਹ ਪਤੀ ਦੇ ਮਿਲਦੀ ਆ ਕਿ ਮੈਨੂੰ ਕਿਸ ਤਰ੍ਹਾਂ ਦਾ ਪਤੀ ਚਾਹੀਦਾ, ਤੇ ਜੇ ਉਸ ਤਰ੍ਹਾਂ ਦਾ ਨਹੀਂ ਮਿਲਦਾ ਤਾਂ ਉਹਦੇ ਖਿਲਾਫ ਸ਼ਿਕਵਾ ਹੈ ਜਿਹੜਾ ਉਹ ਕਿਸੇ ਨੂੰ ਨਹੀਂ ਬਖਸ਼ਦੀ। ਉਸ ਸ਼ਿਕਵੇ ਦੇ ਵਿੱਚ ਉਹ ਪਿਓ ਨੂੰ, ਭਰਾ ਨੂੰ, ਮਾਮੇ, ਚਾਚੇ, ਤਾਏ ਸਾਰਿਆਂ ਨੂੰ ਵਲ ਲੈਂਦੀ ਆ ਤੇ ਬਹੁਤ ਸਟਰੋਂਗਲੀ, ਬਹੁਤ ਕਮਿਟਮੈਂਟਲੀ ਆਪਣੀ ਗੱਲ ਹੈ ਜਿਹੜੀ ਉਹ ਕਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਚੰਗੀ ਨਹੀਂ ਕੀਤੀ, ਹਨਾ। ਤੇ ਉਹ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਹੁਣ ਮੇਰੇ ਰਿਸ਼ਤੇ ਦੇ ਜਿਹੜੇ ਤੂੰ ਪੈਸੇ ਵੱਟੇ ਉਹਦੇ ਨਾਲ ਹੁਣ ਤੂੰ ਚੁਬਾਰੇ ਪਾ ਲਾ। ਠੀਕ ਹੈ, ਤੂੰ ਇਹ ਜਿਹੜੇ ਮੈਨੂੰ ਵੇਚਿਆ ਗਿਆ, ਤੂੰ ਵੇਚਤਾ ਮੈਨੂੰ ਇੱਕ ਤਰ੍ਹਾਂ ਨਾਲ। ਇਹ ਗੱਲ ਮੱਧ ਕਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਤੇ ਇਹਨਾਂ ਗੱਲਾਂ ਲਈ ਭਾਸ਼ਾ ਹੋਣੀ, ਜਿਹੜੀ ਗੱਲ ਤੇ ਮੈਂ ਬਾਰ-ਬਾਰ ਤੁਹਾਡਾ ਧਿਆਨ ਦਿਵਾ ਰਹੀ ਹਾਂ, ਸਾਨੂੰ ਇਹ ਸਮਝਣਾ ਚਾਹੀਦਾ ਕਿ ਔਰਤ ਨੇ ਆਪਣੀ ਗੱਲ ਰੱਖੀ ਆ, ਬਾਰ-ਬਾਰ ਰੱਖੀ ਆ, ਉਹ ਕਹਿੰਦੀ ਰਹੀ ਆ, ਆਪਣੇ ਨਾਲ ਹੁੰਦੇ ਡਿਸਕ੍ਰਿਮੀਨੇਸ਼ਨ ਦੇ ਨਾਲ ਉਹ ਬੋਲਦੀ ਰਹੀ ਆ। ਲਾਸਟ ਗੱਲ ਮੈਂ ਕਰਨਾ ਚਾਹੂੰਗੀ ਕਿ ਔਰਤ ਦਾ ਔਰਤ ਨਾਲ ਰਿਸ਼ਤਾ ਲੋਕਧਾਰਾ ਦੇ ਵਿੱਚ, ਜਦੋਂ ਨਾਰੀਵਾਦੀ ਲੋਕਧਾਰਾ ਦਾ ਅਧਿਐਨ ਕਰਦੇ ਨੇ, ਲੋਕ ਗੀਤਾਂ ਦਾ ਅਧਿਐਨ ਕਰਦੇ ਨੇ, ਤਾਂ ਉਹ ਕਹਿੰਦੇ ਨੇ ਕਿ 2 ਤਰੀਕਿਆਂ ਨਾਲ ਅਸੀਂ ਦੇਖਦੇ ਹਾਂ ਔਰਤ ਦੇ ਐਕਸਪ੍ਰੈਸ਼ਨ ਨੂੰ ਲੋਕਧਾਰਾ ਦੇ ਵਿੱਚ। ਉਹ 2 ਤਰੀਕੇ ਨੇ ਕਿ ਇੱਕ ਜਦੋਂ ਉਹ ਪੈਟਰੀਆਰਕੀ ਦਾ ਸਾਧਨ ਬਣ ਕੇ, ਸੰਦ ਬਣ ਕੇ, ਟੂਲ ਬਣ ਕੇ, ਉਹਦੀ ਵਾਹਕ ਬਣ ਕੇ ਬੋਲਦੀ ਹੈ। ਦੂਸਰਾ ਜਦੋਂ ਉਹ ਪੈਟਰੀਆਰਕੀ ਨੂੰ ਅਪੋਜ਼ ਕਰਦੀ ਹੈ। ਤਾਂ ਉਹ ਕਹਿੰਦੇ ਨੇ ਕਿ ਜਿਹੜਾ ਪੈਟਰੀਆਰਕੀ ਨੂੰ ਅਪੋਜ਼ ਕਰਦੀ ਹੈ ਉਹ ਉਹਦਾ ਪ੍ਰਤੀਰੋਧ ਦਾ ਹੈਗਾ ਤਰੀਕਾ, ਢੰਗ ਤਰੀਕਾ ਉਹਦੇ ਪ੍ਰਤੀਰੋਧ ਦਾ। ਉਸ ਪ੍ਰਤੀਰੋਧ ਦੇ ਵਿੱਚ ਜਿਹੜਾ ਔਰਤ ਦਾ ਔਰਤਾਂ ਨਾਲ ਇੱਕ ਸਬੰਧ ਹੈ, ਉਹਦਾ ਜਿਹੜਾ ਸਿਸਟਮ ਹੈ, ਉਹਦੇ ਤੇ ਮੈਂ ਥੋੜੀ ਜਿਹੀ ਗੌਰ ਕੀਤੀ ਇਸ ਨਾਰੀਵਾਦੀ ਅਪਰੋਚ ਤੋਂ ਬਾਅਦ ਕਿ ਸਾਡੇ ਅੱਜ ਵੀ ਜਦੋਂ ਕਮੈਂਟ ਆਊਗਾ, ਸ਼ਾਇਦ ਇਹਦੇ 'ਚ ਵੀ ਆ ਗਿਆ ਹੋਵੇ, ਮੈਂ ਪਿਛਲੀਆਂ ਸੁਵਿਧਾ ਦੇਖੀਆਂ ਨੇ, ਇੱਕ ਅੱਧਾ ਕਮੈਂਟ ਜ਼ਰੂਰ ਹੁੰਦਾ ਕਿ ਔਰਤ ਦੀ ਦੁਸ਼ਮਣ ਹੈ ਨਾ। ਔਰਤ ਦੀ ਦੁਸ਼ਮਣ ਇੱਕ ਡਿਸਕੋਰਸ ਆ। ਸੱਚ ਕੀ ਆ? ਸੱਚ ਇਹ ਹੈ ਕਿ ਜਦੋਂ ਅਸੀਂ ਲੋਕਧਾਰਾ ਨੂੰ ਦੇਖਦੇ ਆ ਤਾਂ ਲੋਕਧਾਰਾ ਦੇ ਵਿੱਚ ਤਾਂ ਔਰਤ ਦਾ ਸਭ ਤੋਂ ਬਿਊਟੀਫੁਲ ਟਾਈਮ ਤ੍ਰਿੰਜਣਾ ਤੇ ਤੀਆਂ ਨੇ। ਸਾਰੀ ਜ਼ਿੰਦਗੀ ਮਤਲਬ ਔਰਤ ਨੂੰ ਰੈਲਿਸ਼ ਕਰਦੀ ਹੈ ਤ੍ਰਿੰਜਣਾ ਤੇ ਤੀਆਂ ਨੂੰ।
ਇਸ ਤੋਂ ਬਿਨਾ ਉਹਦੇ ਜਿੰਨੇ ਉਹਦੇ ਕਲਾ ਦੇ ਰੂਪ ਨੇ, ਚਾਹੇ ਉਹ ਬੁਣਾਈ ਕਰਦੀ ਆ, ਚਾਹੇ ਉਹ ਕਤਾਈ ਕਰਦੀ ਆ, ਚਾਹੇ ਉਹ ਉਣਾਈ ਕਰਦੀ ਆ, ਚਾਹੇ ਕਢਾਈ ਕਰਦੀ ਆ, ਫਰਦਰ ਇਹਦੀਆਂ ਕਿੰਨੀਆਂ ਅੱਗੇ ਫਾਰਮ ਨੇ ਤੇ ਡਾਇਮੈਂਸ਼ਨ ਨੇ, ਇਹ ਸਾਰਿਆਂ ਦੇ ਵਿੱਚ ਇਵਨ ਕਿ ਜਦੋਂ ਉਹ ਪਾਥੀਆਂ ਪੱਥਦੀ ਆ, ਗੋਹਾ ਸਿੱਟਣ ਜਾਂਦੀ ਆ, ਬੀਬੀਆਂ ਇਕੱਠੀਆਂ ਹੋ ਕੇ ਜਾਂਦੀਆਂ ਸੀ। ਗਹਾਰਾ ਲਾਉਣਾ ਤਾਂ ਹਜੇ ਤੱਕ ਕਲੈਕਟਿਵ ਐਕਟੀਵਿਟੀ ਹੈ, ਠੀਕ ਹੈ। ਤਾਂ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਔਰਤਾਂ ਇਕੱਠੀਆਂ ਨੇ। ਜੇ ਔਰਤਾਂ ਇਕੱਠੀਆਂ ਨੇ ਤੇ ਉਹ ਇੰਨੀਆਂ ਇੱਕ ਦੂਜੇ ਦੇ ਪ੍ਰਤੀ, ਮੈਨੂੰ ਲਿਖਿਆ ਵੀ ਹੈ ਕਿ ਉਹਨਾਂ ਦੀ ਜਿਹੜੀ ਅਪਰੋਚ ਹੈ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਕਲੈਕਟਿਵ ਹੈ, ਨਾਨ ਕੰਪੀਟੀਟਿਵ ਹੈ, ਮਤਲਬ ਉਹਦੇ 'ਚ ਕੋਈ ਕੰਪੀਟੀਸ਼ਨ ਨਹੀਂ ਹੈਗਾ ਇੱਕ ਦੂਜੇ ਤੋਂ ਚੰਗੇ ਮਾੜੇ ਹੋਣ ਦਾ, ਸਨਮਾਨਯੋਗ ਹੈ, ਠੀਕ ਹੈ, ਤੇ ਪਿਆਰਯੋਗ ਹੈ, ਉਹ ਲਵੇਬਲ ਰਿਲੇਸ਼ਨਸ ਨੇ ਇੱਥੇ। ਹੁਣ ਉਸ ਕੀ ਕਹਾਂਗੇ ਆਪਾਂ ਨੂੰ ਕਿ ਇਸ ਸਿਸਟਮ ਦੇ ਵਿੱਚ ਫਿਰ ਔਰਤ ਦੀ ਵੈਰੀ, ਇਹ ਫਰੇਜ਼ ਕਿਵੇਂ ਬਣ ਗਈ ਤੇ ਔਰਤਾਂ ਨੇ ਇਹਨੂੰ ਮੰਨ ਕਿਵੇਂ ਲਿਆ? ਔਰਤ ਦੀ ਵੈਰੀ ਹੈ ਜਿੱਥੇ ਉਹ ਘਰ ਦੇ ਵਿੱਚ ਪੈਟਰੀਆਰਕੀ ਦੀ ਵਾਹਕ ਬਣਦੀ ਹੈ, ਸਿਰਫ ਉੱਥੇ ਜਿੱਥੇ ਉਹ ਪੈਟਰੀਆਰਕੀ ਦੇ ਮੂੰਹ ਦੀ ਗੱਲ ਆਪ ਕਹਿੰਦੀ ਹੈ। ਅਦਰਵਾਈਜ਼ ਲੋਕਧਾਰਾ ਦੇ ਵਿੱਚ ਜਿੱਥੇ ਤੁਹਾਡਾ ਪੈਟਰੀਆਰਕੀਕਲ ਰਿਲੇਸ਼ਨ ਨਹੀਂ ਹੈਗਾ ਕਿਸੇ ਔਰਤ ਨਾਲ, ਉੱਥੇ ਬਹੁਤ ਪਿਆਰ ਦਾ ਰਿਸ਼ਤਾ, ਉਹਦਾ ਐਕਸਪ੍ਰੈਸ਼ਨ ਬਹੁਤ ਪਿਆਰ ਹੈ, ਬਹੁਤ ਜਾਨਦਾਰ ਐਕਸਪ੍ਰੈਸ਼ਨ ਹੈ। ਔਰਤ ਕਿਹਦੇ ਨਾਲ ਸ਼ਿਕਵਾ ਕਰ ਰਹੀ ਹੈ ਔਰਤਾਂ ਵਜੋਂ? ਸਭ ਤੋਂ ਵੱਧ ਸੱਸ ਨਾਲ, ਫਿਰ ਨਣਦ ਤੇ ਭਰਜਾਈ ਨਾਲ, ਫਿਰ ਦਰਾਣੀ ਜਠਾਣੀ ਨਾਲ। ਪਰ ਹੁਣ ਤੁਸੀਂ ਦੇਖੋ ਕਿ ਇਹਨਾਂ ਦੇ ਨਾਲ ਸ਼ਿਕਵਾ ਕਰਨ ਦੇ ਦੌਰਾਨ ਉਹ ਆਪਣੀ ਮਾਂ ਨਾਲ ਵੀ ਸ਼ਿਕਵਾ ਕਰ ਰਹੀ ਹੈ ਤੇ ਉਹ ਆਪਣੀ ਭੈਣ ਨਾਲ ਵੀ ਸ਼ਿਕਵਾ ਕਰ ਰਹੀ ਹੈ। ਵੱਡੀ ਭੈਣ ਨਾਲ ਵੀ ਉਹਨੂੰ ਸ਼ਿਕਵਾ ਹੈ, ਮਾਂ ਨੂੰ ਛੱਡੋ। ਇਹਦਾ ਮਤਲਬ ਉਹ ਔਰਤਾਂ ਜਿਹੜੀਆਂ ਉਹਨੂੰ ਸ਼ੇਪ ਦਿੰਦੀਆਂ ਨੇ, ਜਿਹੜੀਆਂ ਉਹਨੂੰ ਬਣਾਉਂਦੀਆਂ ਨੇ ਪੈਟਰੀਆਰਕੀ ਦੇ ਹਾਣ ਦੀਆਂ, ਉਹਦੀ ਕੱਟ ਵੱਢ ਕਰਦੀਆਂ ਨੇ, ਉਹ ਔਰਤਾਂ ਜਿਹੜੀਆਂ ਹੈਗੀਆਂ ਨੇ ਆਪਣੀ ਦੁਸ਼ਮਣ ਮੰਨਦੀ ਹੈ। ਤੇ ਇਹਦੇ 'ਚ ਇਹ ਨਹੀਂ ਕਿ ਮਾਂ ਨੂੰ ਧੀ ਮੰਨਦੀ ਹੈ, ਜਿਹੜੀ ਮਾਂ ਹੈ ਉਹ ਵੀ ਆਪਣੀ ਮਾਂ ਨੂੰ ਆਪਣੀ ਦੁਸ਼ਮਣ ਮੰਨਦੀ ਸੀ। ਪਰ ਸਭ ਤੋਂ ਪਿਆਰਾ ਰਿਸ਼ਤਾ ਵੀ ਫਿਰ ਮਾਂ ਦਾ। ਉਹ ਕਿਉਂ ਹੈ? ਕਿਉਂਕਿ ਜਦੋਂ ਧੀ ਦੀ ਕੱਟ ਵੱਢ ਹੋ ਰਹੀ ਹੈ ਤੇ ਉਹ ਇਮੋਸ਼ਨਲੀ ਜਿੰਨੀ ਲਹੂ ਲਹਾਨ ਹੋ ਰਹੀ ਹੈ, ਉਸ ਲਹੂ ਲਹਾਨ ਨੂੰ ਅੰਡਰਸਟੈਂਡ ਵੀ ਮਾਂ ਕਰਦੀ ਹੈ। ਇਸੇ ਕਰਕੇ ਸਭ ਤੋਂ ਸਟਰੋਂਗ ਰਿਸ਼ਤਾ ਜਿਹੜਾ ਹੈਗਾ ਉਹ ਮਾਂ ਨਾਲ ਵੀ ਆਪਾਂ ਕਹਿੰਦੇ ਆ, ਸਹੇਲੀ ਨਾਲੋਂ ਵੀ ਸਟਰੋਂਗ ਰਿਸ਼ਤਾ ਮਾਂ ਨਾਲ ਹੈ। ਕਿਉਂਕਿ ਮਾਂ ਨੂੰ ਪਤਾ ਹੈ ਕਿ ਇਹਦੀ ਇੰਨੀ ਟੁੱਟ ਭੱਜ ਹੋ ਰਹੀ ਹੈ। ਮੰਨ ਲਓ ਕਿ ਫੋਰ ਐਗਜ਼ਾਮਪਲ ਆਪਾਂ ਇੱਕ ਗੱਲ ਕਰੀਏ, ਇੱਥੇ ਤੁਹਾਨੂੰ ਕਿੰਨੀ ਲੋਕਧਾਰਾ ਮਿਲ ਜੂਗੀ ਜਿਹਦੇ 'ਚ ਔਰਤ ਜਿਹੜੀ ਆਪਣੀ ਮਾਂ ਕੋਲ ਜਾਂਦੀ ਹੈ ਤੇ ਉਹਨੂੰ ਲਾਂਭਾ ਦਿੰਦੀ ਹੈ ਕਿ ਮਾਂ ਤੇਰਾ ਜਵਾਈ ਹੈ ਜਿਹੜਾ ਉਹ ਦਾਰੂ ਪੀਂਦਾ, ਭੁੱਕੀ ਖਾਂਦਾ ਹੈ ਤੇ ਉਹ ਮੈਨੂੰ ਮਾਰ ਕਟਾਈ ਕਰਦਾ। ਬਹੁਤ ਵੱਡੀ ਰੇਂਜ ਹੈ, ਕਿੰਨੇ ਗੀਤ ਮਿਲਣਗੇ। ਉਹ ਗੱਲ ਕਰਦੀ ਹੈ ਹਨਾ ਕਿ ਉਹ ਤੇਰਾ ਜਮਾਈ ਮੇਰੇ ਨਾਲ ਏਦਾਂ ਕਰਦਾ। ਮਾਂ ਕੀ ਕਹਿੰਦੀ ਹੈ ਜਦੋਂ ਧੀ ਉਹਨੂੰ ਕਹਿੰਦੀ ਹੈ ਕਿ ਉਹ ਕਹਿੰਦੇ ਵੀ ਇਹਦਾ ਰਿਐਕਸ਼ਨ ਕੀ ਹੈ? ਉਹ ਕਹਿੰਦੀ ਮੇਰੀਆਂ ਵਾਲੀਆਂ ਵੀ ਵੇਚਤੀਆਂ, ਮੇਰੇ ਸੱਗੀ ਵੀ ਵੇਚਤੇ, ਤੇ ਜਦੋਂ ਮੇਰੇ ਕੋਲੇ ਵੇਚਣ ਨੂੰ ਕੁਛ ਨਹੀਂ ਰਿਹਾ ਜਾਂ ਮੈਂ ਮਨਾ ਕਰਦੀ ਹਾਂ ਤਾਂ ਮੈਨੂੰ ਕੁੱਟਦਾ। ਮਾਂ ਕਹਿੰਦੀ ਹੈ ਕਿ ਕੋਈ ਗੱਲ ਨਹੀਂ, ਤੂੰ ਕੁੱਟ ਖਾ ਲਾ, ਇਹ ਦੁੱਖ ਤੇਰੇ ਹੱਡਾਂ ਦੇ ਨਾਲ ਜਾਊਗਾ। ਇਹ ਹੁਣ ਮਾਂ ਦੀ ਡੈਫੀਨੇਸ਼ਨ ਹੈ। ਇੱਥੇ ਧੀ ਨੂੰ ਆਪਣੀ ਮਾਂ ਨਾਲ ਗਿਲਾ, ਠੀਕ ਹੈ, ਇੱਥੇ ਇਹ ਗੱਲ ਆ ਗਈ। ਇੱਕ ਜਿਹੜੀ ਮੈਂ ਇੰਪੋਰਟੈਂਟ ਗੱਲ ਕਹਿਣਾ ਚਾਹੁੰਦੀ ਸੀ ਲਾਸਟ ਗੱਲ ਕਰਨ ਤੋਂ ਪਹਿਲਾਂ, ਉਹ ਹੈਗੀ ਹੈ ਪੂਰਨ ਦੀ ਕਥਾ। ਨੈਤਿਕਤਾ ਦਾ ਜਿਹੜਾ ਪੂਰਾ ਮਾਡਲ ਸਿਰਜਿਆ ਗਿਆ ਪੰਜਾਬੀ ਸਮਾਜ ਦੇ ਵਿੱਚ ਔਰਤ ਦੇ ਲਈ, ਉਹਦੇ ਸੈਂਟਰ ਦੇ ਵਿੱਚ ਉਹਦੀਆਂ ਰੂਟਸ ਜਿਸ ਚੀਜ਼ ਦੇ ਵਿੱਚ ਪਈਆਂ ਨੇ ਉਹ ਪੂਰਨ ਦੇ ਵਿੱਚ ਪਈਆਂ ਨੇ। ਪੂਰਨ ਸਾਫ ਸੁਥਰਾ ਬੰਦਾ, ਲੂਣਾ ਬਹੁਤ ਭੈੜੀ ਆ ਤੇ ਉਹ ਚਰਿੱਤਰਹੀਨ ਨਾਰ ਹੈ। ਚਰਿੱਤਰਹੀਨਤਾ ਔਰਤ ਦੇ ਨਾਲ ਜਿਹੜੀ ਜੋੜੀ ਜਾਂਦੀ ਹੈ ਪੂਰੀ ਸਟਰੋਂਗਲੀ, ਉਹਦੀਆਂ ਐਗਜ਼ਾਮਪਲਸ ਵੀ ਇੱਥੋਂ ਹੀ ਨਿਕਲਦੀਆਂ ਨੇ, ਰੂਟਸ ਵੀ ਇੱਥੋਂ ਹੀ ਨਿਕਲਦੀਆਂ ਨੇ। ਪਰ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਪੰਜਾਬੀ ਲੋਕਧਾਰਾ ਦੇ ਵਿੱਚ ਔਰਤ ਕੋਲ, ਹੁਣ ਟਾਈਮ ਘੱਟ ਹੈ, ਮੈਂ ਨਹੀਂ ਤੁਹਾਨੂੰ ਗੀਤ ਵੀ ਸੁਣਾ ਦਿੰਦੀ ਕਿ ਕਿੰਨੇ ਗੀਤ ਨੇ। ਤੁਸੀਂ ਨਾਚ ਸਰ ਦੀ ਕਿਤਾਬ ਹੀ ਦੇਖ ਲਿਓ, ਲੰਮੇ ਗੌਣ ਨੇ ਜਿਹੜੇ, ਉਹਦੇ 'ਚ ਤੁਹਾਨੂੰ ਮਿਲ ਜਾਣਗੇ। ਰਾਜਾ ਅਪਰੋਚ ਕਰਦਾ ਹੈ, ਕਾਸਟ ਬੇਸ ਨਹੀਂ ਨਾਲੇ, ਉਹ ਰਾਜਾ ਅਪਰੋਚ ਕਰਦਾ ਬਾਹਮਣ ਦੀ ਬੇਟੀ ਨੂੰ ਤੇ ਬਾਹਮਣ ਦੀ ਬੇਟੀ ਰਿਜੈਕਟ ਕਰਦੀ ਹੈ। ਰਾਜਾ ਅਪਰੋਚ ਕਰਦਾ ਦਲਿਤ ਦੀ ਬੇਟੀ ਨੂੰ, ਉਹ ਮਤਲਬ ਰਿਜੈਕਟ ਕਰਦੀ ਹੈ। ਓਡਣੀ ਨੂੰ ਕਰਦਾ, ਗੁਜਰੀ ਨੂੰ ਅਪਰੋਚ ਕਰਦਾ, ਤੇ ਉਹ ਸਾਰੀਆਂ ਔਰਤਾਂ ਰਾਜੇ ਨੂੰ ਰਿਜੈਕਟ ਕਰਦੀਆਂ ਨੇ। ਇਹਦੀ ਸਿਖਰ ਕੀ ਹੈ? ਇਹਦੀ ਸਿਖਰ ਹੈ ਇੱਕ ਮੁਗਲਾਂ ਦਾ ਗੀਤ। ਮੁਗਲਾਂ ਨੇ ਘੋੜਾ ਬੀੜਿਆ, ਬੀਬੀ ਪਾਣੀ ਨੂੰ ਜਾਵੇ। ਉਹਦੇ 'ਚ ਕੀ ਹੁੰਦਾ, ਇੱਕ ਕੁੜੀ ਪਾਣੀ ਨੂੰ ਜਾ ਰਹੀ ਹੈ, ਮੁਗਲ ਉਹਨੂੰ ਚੱਕ ਕੇ ਲੈ ਜਾਂਦੇ ਨੇ ਤੇ ਉਹ ਘਰੇ ਸੁਨੇਹਾ ਭੇਜਦੀ ਹੈ ਆਪਣੇ ਪਿਓ ਨੂੰ, ਭਾਈ ਨੂੰ, ਚਾਚਾ ਤਾਇਆ ਨੂੰ ਸਮੇਤ ਪਤੀ ਦੇ। ਫਿਰ ਕੀ ਹੁੰਦਾ ਹੈ ਕਿ ਉਸ ਗੀਤ ਦੇ ਵਿੱਚ ਪਤੀ, ਭਰਾ, ਪਿਓ ਸਾਰੇ ਆਉਂਦੇ ਨੇ ਉਹਨੂੰ ਛਡਾਉਣ, ਪਤੀ ਨਹੀਂ ਆਉਂਦਾ। ਪਤੀ ਹੱਸਦਾ ਉਲਟਾ ਕਿ ਤੂੰ ਚਲੀ ਗਈ। ਹੁਣ ਔਰਤ ਕੀ ਕਹਿੰਦੀ ਹੈ ਕਿ
ਆਪਣੇ ਭਰਾ ਤੇ ਪਿਓ ਨੂੰ ਕੀ ਕਹਿੰਦੀ ਹੈ ਕਿ ਦੇਖੋ ਮੈਂ ਮਰ ਜੂੰਗੀ, ਮੈਂ ਇਹਦੀ ਸੇਜ ਨਹੀਂ ਚੜਦੀ, ਪਰ ਮੈਂ ਤੁਸੀਂ ਮੁੜ ਜਾਓ। ਗੱਲ ਇੰਨੀ ਹੈ ਕਿ ਮੈਂ ਮਰ ਜੂੰਗੀ, ਇਹਦੀ ਸੇਜ ਨਹੀਂ ਚੜਦੀ, ਤੁਸੀਂ ਮੁੜ ਜਾਓ। ਇਹਦਾ ਮਤਲਬ ਕੀ ਹੈ ਕਿ ਜੇ ਤੁਸੀਂ ਮੈਨੂੰ ਲੈ ਵੀ ਗਏ ਤਾਂ ਮੈਂ ਜਾਊਂਗੀ ਕਿੱਥੇ? ਜਿਹਦੇ ਮੈਂ ਜਾਣਾ, ਜਿਹਦੇ ਲਈ ਮੈਂ ਆਪਣੇ ਆਪ ਨੂੰ ਬਚਾ ਰਹੀ ਹਾਂ, ਉਹ ਤਾਂ ਹੱਸ ਰਿਹਾ, ਉਹ ਤਾਂ ਮੇਰੇ ਨਾਲ ਹੀ ਨਹੀਂ ਖੜਿਆ। ਤੇ ਇਸ ਕ੍ਰਾਈਸਿਸ ਦੇ ਵਿੱਚ ਜਦੋਂ ਮੇਰੇ ਨਾਲ ਨਹੀਂ, ਦੂਸਰੇ ਵਿਆਹ ਦੀ ਰੀਤ ਹੈ ਨਹੀਂ, ਮੈਂ ਕਰੂੰਗੀ ਕੀ? ਮੇਰੇ ਕੋਲ ਮਰਨ ਤੋਂ ਬਿਨਾ ਕੋਈ ਰਾਹ ਨਹੀਂ, ਤੁਸੀਂ ਬਚਾ ਕੇ ਵੀ ਮੈਨੂੰ ਬਚਾ ਨਹੀਂ ਸਕੋਗੇ। ਇਹ ਐਕਸਟ੍ਰੀਮ ਆ। ਮੈਂ ਇਹਨੂੰ ਅਲਟਰਨੇਟ ਜਾਂ ਇਹਨੂੰ ਪ੍ਰਤੀਰੋਧੀ ਨਰੇਸ਼ਨ ਨੈਰੇਟਿਵ ਮੰਨਦੀ ਆ ਕਿ ਜੇ ਇੰਨੇ ਗੀਤ ਮਿਲਦੇ ਨੇ ਔਰਤ ਦੇ ਸੱਤ ਨੂੰ ਅੱਗੇ ਰੱਖਣ ਦੇ ਲਈ, ਔਰਤ ਦੀ ਵਫਾਦਾਰੀ ਨੂੰ ਅੱਗੇ ਰੱਖਣ ਦੇ ਲਈ, ਸ਼ਾਇਦ ਇਹ ਇਸੇ ਲਈ ਨੇ ਕਿ ਕੁੜੀਆਂ ਨੇ ਜਿਹੜੀਆਂ ਜਾਂ ਜਿਹੜੀ ਮਿਡਲ ਏਜ ਦੀ ਜਿਹੜੀ ਉਸ ਯੁੱਗ ਦੀ ਔਰਤ ਹੈ, ਉਹਨੇ ਇਹਨੂੰ ਅਪੋਜ਼ ਕੀਤਾ ਕਿ ਸਿਰਫ ਪੂਰਨ ਨਹੀਂ ਸੀ, ਪੂਰਨ ਤਾਂ ਇੱਕ ਸੀ, ਅਸੀਂ ਕਿੰਨੀਆਂ ਹੀ ਆ ਜਿਹੜੀਆਂ ਰੋਜ਼ ਆਪਦੀ ਇੱਜ਼ਤ ਨੂੰ ਬਚਾ ਕੇ ਘਰੇ ਲੈ ਕੇ ਆਉਣੇ ਆ। ਤੇ ਜਦੋਂ ਅਸੀਂ ਚਰਿੱਤਰਹੀਨ ਹੋਣਾ ਹੋਵੇ, ਪਤਾ ਨਹੀਂ ਕਿਹੜੇ ਕਿਹੜੇ ਥਾਂ ਤੇ ਕਿਹੜੇ ਕਿਹੜੇ ਮੋੜ ਤੇ ਲੋਕ ਬੈਠੇ ਨੇ ਜਿਹੜੇ ਸਾਡੀਆਂ ਇੱਜ਼ਤਾਂ ਨਾਲ ਖਿਲਵਾੜ ਕਰਨ ਨੂੰ ਤਿਆਰ ਨੇ। ਅਸੀਂ ਵੀ ਮਤਲਬ ਘੱਟ ਨਹੀਂ ਹੈਗੀਆਂ, ਅਸੀਂ ਵੀ ਘੱਟ ਸਤਵਾਦੀ ਨਹੀਂ ਹੈਗੀਆਂ, ਸਾਡੀ ਵੀ ਪਰਸਨੈਲਿਟੀ ਹੈ ਜਿਹੜੀ ਉਹ ਇਸੇ ਤਰ੍ਹਾਂ ਦੀ ਹੈ। ਲਾਸਟ ਗੱਲ ਕਿ ਔਰਤ ਦਾ ਐਕਸਪ੍ਰੈਸ਼ਨ ਉਦੋਂ ਤੇ ਅੱਜ 'ਚ ਕੀ ਫਰਕ ਹੈ? ਸਾਫ਼ ਹੁੰਦਾ ਗੀਤਾਂ 'ਚੋਂ, ਬਹੁਤ ਸ਼ਾਰਟ ਗੱਲ ਕਰੂੰਗੀ, ਉਸ ਐਕਸਪ੍ਰੈਸ਼ਨ ਡਿਪੈਂਡੈਂਸ ਦਾ ਫਰਕ ਆ। ਅੱਜ ਦੀ ਔਰਤ ਇੰਡੀਪੈਂਡੈਂਟ ਆ। ਉਦੋਂ ਦੀ ਔਰਤ ਕਹਿੰਦੀ ਆ ਕਿ ਉਹ ਰਾਤੀ ਰਾਸ ਦੇਖਣ ਗਿਆ ਨਹੀਂ ਗਿਆ ਨਾ ਦੱਸ ਕੇ, ਮੈਂ ਵੀ ਕੁੰਡਾ ਨਹੀਂ ਖੋਲਿਆ, ਮੈਂ ਵੀ ਦਰੀ ਨਹੀਂ ਵਿਛਾਈ, ਮੈਂ ਵੀ ਖਾਣਾ ਨਹੀਂ ਦਿੱਤਾ। ਕਿੰਨੇ ਹੀ ਨੇ ਉਹ ਕਹਿੰਦੀ ਤੂੰ ਦਾਰੂ ਪੀਣਾ, ਮੈਂ ਆਹ ਕਰ ਦੂੰਗੀ, ਮੈਂ ਆਹ ਕਰ ਦੂੰਗੀ, ਮੈਂ ਆਹ ਕਰ ਦੂੰਗੀ। ਪਰ ਲਾਸਟ ਅੰਤਰਾ ਕੀ ਹੈ ਗੀਤ ਦਾ ਕਿ ਜੇ ਤੂੰ ਏਦਾਂ ਕਰੇਂਗੀ ਤਾਂ ਮੈਂ ਦੂਜਾ ਵਿਆਹ ਕਰਾ ਲੂੰਗਾ। ਤੇ ਜਦੋਂ ਹੀ ਇਹ ਗੱਲ ਆਉਂਦੀ ਹੈ, ਲੋਕ ਗੀਤ ਦੇ ਵਿੱਚ ਔਰਤ ਕਹਿ ਦਿੰਦੀ ਹੈ ਕਿ ਦੂਜਾ ਵਿਆਹ ਨਾ ਕਰਾਈ, ਤੇਰੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਨੇ। ਕਿਉਂਕਿ ਔਰਤ ਡਿਪੈਂਡੈਂਟ ਹੈ ਉਸ ਸਮੇਂ ਦੇ ਵਿੱਚ। ਇਹ ਨਹੀਂ ਕਿ ਉਹ ਬੋਲ ਨਹੀਂ ਰਹੀ, ਉਹ ਫੀਲ ਨਹੀਂ ਕਰ ਰਹੀ। ਮੈਂ ਤੇ ਫਰਕ ਦੱਸਣਾ ਚਾਹੁੰਦੀ ਹਾਂ ਕਿ ਉਹ ਫੀਲ ਵੀ ਕਰ ਰਹੀ ਹੈ ਵਿਤਕਰੇ ਨੂੰ, ਉਹਦੇ ਖਿਲਾਫ ਬੋਲ ਵੀ ਰਹੀ ਹੈ, ਪਰ ਉਹਦੇ ਕੋਲ ਸਿਸਟਮੈਟਿਕ ਬਦਲ ਨਹੀਂ ਹੈਗਾ। ਉਹਨੂੰ ਪਤਾ ਨਹੀਂ ਕਿ ਉਹ ਕੀ ਕਰੇ। ਉਹ ਪੇਕੇ ਜਾ ਨਹੀਂ ਸਕਦੀ, ਈਵਨ ਕਿ ਪੇਕਿਆਂ ਨੇ ਤੁਹਾਨੂੰ ਵਿਆਹਿਆ ਇਸ ਲਈ ਹੈ ਕਿ ਬੋਝ ਮੰਨਦੇ ਸੀ। ਪੇਕੇ ਜਾ ਨਹੀਂ ਸਕਦੀ, ਸਹੁਰੇ ਤੋਂ ਨਿਕਲ ਜੂਗੀ, ਲੜ ਕੇ ਜਾਊਗੀ ਕਿੱਥੇ? ਆਖਰ ਨੂੰ ਬੇਇੱਜ਼ਤੀ ਕਰਾ ਕੇ ਉਹਨੇ ਉੱਥੇ ਹੀ ਆਉਣਾ। ਇਸ ਲਈ ਉਹ ਜਾਣਾ ਹੀ ਨਹੀਂ ਚਾਹੁੰਦੇ। ਇਸੇ ਕਰਕੇ ਕਿਹਾ ਜਾਂਦਾ ਕਿ ਔਰਤ ਦੀ ਜਾਵੇ ਡੋਲੀ ਆਵੇ ਆਖੀ। ਇਸ ਸਿਸਟਮ ਦੇ ਵਿੱਚ ਫਿਰ ਵੀ ਉਹ ਬੋਲ ਰਹੀ ਹੈ। ਪਰ ਅੱਜ ਦੀ ਔਰਤ ਕੋਲ ਆਪਣਾ ਬਦਲ ਹੈ। ਅੱਜ ਦੀ ਔਰਤ ਨੂੰ ਦੋਨੇ ਥਾਵਾਂ ਦੀ ਕੋਈ ਲੋੜ ਨਹੀਂ ਹੈਗੀ। ਉਹਦੇ ਪੇਕਿਆਂ ਨੇ ਉਹਨੂੰ ਵਿਆਹਤਾ ਹੈ, ਸਹੁਰੇ ਘਰ ਉਹ ਚਲੀ ਗਈ ਹੈ। ਪਹਿਲਾਂ ਤਾਂ ਉਹ ਪੇਕਿਆਂ 'ਚ ਵੀ ਆਪਣੀ ਕਮਿਟਮੈਂਟ ਲਈ ਗੱਲ ਦੱਸਦੀ ਹੈ, ਸਟਰੋਂਗਲੀ ਗੱਲ ਦੱਸਦੀ ਹੈ ਕਿ ਮੈਨੂੰ ਕੀ ਚਾਹੀਦਾ। ਜੇ ਉੱਥੇ ਚਲੋ ਕੋਈ ਗੜਬੜ ਹੋ ਵੀ ਗਈ, ਉਹ ਤਾਂ ਨਹੀਂ ਕਿਹਾ ਗਿਆ, ਉਹ ਸਹੁਰੇ ਪਰਿਵਾਰ 'ਚ ਜਾ ਕੇ ਆਪਣੀ ਗੱਲ ਕਹਿੰਦੀ ਹੈ। ਤੇ ਜੇ ਉਹਦੀ ਗੱਲ ਉੱਥੇ ਨਹੀਂ ਸੁਣੀ ਜਾਂਦੀ ਤੇ ਉਹਨੂੰ ਨਹੀਂ ਸਪੇਸ ਮਿਲਦੀ ਤਾਂ ਉਹ ਡਿਵੋਰਸ ਲੈਂਦੀ ਹੈ। ਕਿਉਂ? ਕਿਉਂਕਿ ਉਹ ਇਸ ਲਾਇਕ ਹੈ। ਜੇ ਵੱਡੀ ਗਿਣਤੀ ਔਰਤਾਂ ਇਸ ਲਾਇਕ ਨਹੀਂ ਵੀ ਹੈਗੀਆਂ ਤਾਂ ਜਿਹੜੀਆਂ ਔਰਤਾਂ ਇਸ ਚੀਜ਼ ਲਈ ਲੜੀਆਂ ਖੜੀਆਂ ਕਿ ਅਸੀਂ ਇਕੱਲੀਆਂ ਰਹਿ ਸਕਦੇ ਹਾਂ, ਉਹਨਾਂ ਨੇ ਸਪੇਸ ਬਣਾਈ ਕਿ ਔਰਤਾਂ ਦਾ ਦੁਬਾਰਾ ਵਿਆਹ ਕਰ ਦਿਓ। ਕਿਉਂਕਿ ਇਕੱਲੀ ਰਹਿੰਦੀ ਔਰਤ ਬਹੁਤ ਡਰਦੀ ਹੈ ਸੋਸਾਇਟੀ ਇਕੱਲੀ ਰਹਿੰਦੀ ਔਰਤ ਤੋਂ। ਤਾਂ ਤਲਾਕ ਤੋਂ ਬਾਅਦ ਔਰਤ ਇਕੱਲੀ ਨਾ ਰਹੇ, ਇਹਦੇ ਵਿੱਚੋਂ ਸਾਡੀ ਸੋਸਾਇਟੀ ਨੇ ਐਕਸੈਪਟ ਕੀਤਾ ਹੈ ਕਿ ਦੁਬਾਰਾ ਵਿਆਹ ਕਰ ਦਿਓ। ਨਹੀਂ ਤਾਂ ਦੁਬਾਰਾ ਵਿਆਹ ਉਸ ਤਰ੍ਹਾਂ ਠੀਕ ਹੈ ਕਿ ਕਰੇਵੇ ਸੀਗੇ, ਪਹਿਲਾਂ ਉਸੇ ਘਰ ਦੇ ਵਿੱਚ ਸੈਟਲਮੈਂਟ ਦਾ ਸਿਸਟਮ ਸੀਗਾ। ਇੱਕ ਵਾਰ ਕੁੜੀ ਜਿਸ ਘਰ ਵਿਆਹੀ ਗਈ, ਉਸੇ ਭਾਈਚਾਰੇ ਦੇ ਵਿੱਚ ਸੈਟਲਮੈਂਟ ਦਾ ਸਿਸਟਮ ਸੀਗਾ। ਜੇ ਉਹ ਵਿਧਵਾ ਹੋ ਜਾਂਦੀ ਹੈ ਤਾਂ, ਪਰ ਉੱਥੋਂ ਆ ਕੇ ਕਿਸੇ ਹੋਰ ਥਾਂ ਦੇ ਉੱਤੇ ਮਰਜ਼ੀ ਨਾਲ ਇੰਡੀਪੈਂਡੈਂਟਲੀ ਜਾਣਾ, ਇਹ ਅੱਜ ਦੇ ਯੁੱਗ ਦੀ ਦੇਣ ਹੈ। ਇਸੇ ਕਰਕੇ ਪਹਿਲੀਆਂ ਔਰਤਾਂ ਦੀ ਇੰਨੀ ਤਿੱਖੀ ਆਵਾਜ਼ ਵੀ ਬੁੜਬੁੜ ਬਣਾ ਦਿੱਤੀ ਜਾਂਦੀ ਹੈ ਤੇ ਅੱਜ ਦੀਆਂ ਔਰਤਾਂ ਦੀ ਬੁੜਬੁੜ ਵੀ ਵੰਗਾਰ ਬਣਾ ਦਿੱਤੀ ਜਾਂਦੀ ਹੈ। ਕਿਉਂਕਿ ਪਤਾ ਹੈ ਕਿ ਜੇ ਇਹ ਬੁੜਬੁੜ ਕਰਨ ਲੱਗ ਗਈਆਂ ਤਾਂ ਉਹਦੇ ਸਿੱਟੇ ਕੀ ਨਿਕਲਣਗੇ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅੱਜ ਦੀਆਂ ਔਰਤਾਂ ਨੇ ਜਿਹੜੀਆਂ ਉਹ ਜਦੋਂ ਬੋਲਣ ਲੱਗਦੀਆਂ ਨੇ ਜਾਂ ਬੋਲਣ ਵਾਲੀ ਜਿਹੜੀ ਔਰਤ ਹੁੰਦੀ ਹੈ ਉਹ ਘਰ ਤੋੜ ਦਿੰਦੀ ਹੈ। ਐਕਚੁਅਲੀ ਔਰਤ ਘਰ ਨਹੀਂ ਤੋੜਦੀ, ਔਰਤ ਸਿਰਫ ਇੰਨਾ ਚਾਹੁੰਦੀ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਘਰ ਸਿਰਫ ਤੁਹਾਡਾ ਨਹੀਂ ਹੈਗਾ। ਤੁਸੀਂ ਕਮਾਈ ਕਰਕੇ ਲਿਆਉਣੇ ਹੋ, ਪਰ ਇਸ ਘਰ ਨੂੰ ਘਰ ਬਣਾਉਣ 'ਚ ਮੇਰਾ ਵੀ ਯੋਗਦਾਨ ਹੈ। ਤੁਸੀਂ ਇਹਨੂੰ ਕੀ ਕਹਾਂਗੇ ਆਪਾਂ ਕਿ ਇਹਨੂੰ ਰਿਕਗਨਾਈਜ਼ ਕਰੋ, ਇਹਨੂੰ ਮੰਨੋ। ਤੇ ਉਸ ਮੰਨਣ ਦੇ ਪਿੱਛੇ ਜਿਹੜੀ ਰਿਸਪੈਕਟ ਪਈ ਹੈ, ਮੈਨੂੰ ਉਹ ਰਿਸਪੈਕਟ, ਗੱਲ ਸਿਰਫ ਇੰਨੀ ਹੈ। ਤੇ ਸਾਡੀ ਸੁਸਾਇਟੀ ਹਜੇ ਇਸ ਗੱਲ ਨੂੰ ਸੁਣਨ ਲਈ ਤਿਆਰ ਨਹੀਂ। ਮੰਨਣਾ ਤਾਂ ਹਜੇ ਖਾਸੀ ਦੂਰ ਦੀ, ਜਿਵੇਂ ਮੈਂ ਕਹਿੰਦੀ ਹੁੰਦੀ ਹਾਂ ਕਿ ਲੜਾਈ ਹੈ। ਹੋਪ ਤੁਹਾਨੂੰ ਇਹ ਗੱਲਾਂ ਠੀਕ ਲੱਗੀਆਂ ਹੋਣਗੀਆਂ ਤੇ ਤੁਹਾਡਾ ਸਾਰਿਆਂ ਦਾ ਇੰਨਾ ਸਮਾਂ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ।